Dear students, I am making this video on the behalf of Unique Public School to make you understand chapter first of social science for class 8th. Chapter first is resources, types and conservation. So this is chapter 1. I will make you understand in your mother tongue so you can understand better. So let's start with the chapter. The needs of man begin with its origin. ਜਦੋਂ ਇਨਸਾਨ ਹੋਂਦ ਵਿੱਚ ਆਇਆ ਉਸ ਦੇ ਨਾਲ ਹੀ ਉਸ ਦੀਆਂ ਜ਼ਰੂਰਤਾਂ ਵੀ ਹੋਂਦ ਵਿੱਚ ਆ ਗਈਆਂ. These needs were limited for food, shelter, etc. These needs were limited for food, shelter, etc. only in the beginning, but with the development of mankind, its needs also grew. ਸੋ ਸਟਾਰਟਿੰਗ ਦੇ ਵਿੱਚ ਜੋ ਇਨਸਾਨ ਸੀਗਾ, ਹਿਊਮਨ ਸੀਗਾ, ਇਹਦੀਆਂ ਨੀਡਸ ਲਿਮਿਟਿਡ ਸੀਗੀਆਂ ਸਿਰਫ ਖਾਣ ਤੱਕ ਤੇ ਸ਼ੈਲਟਰ ਤੱਕ, ਕਿ ਰਹਿਣ ਨੂੰ ਕੋਈ ਜਗ੍ਹਾ ਮਿਲ ਜਾਵੇ. ਸਿਰਫ ਇੱਥੋਂ ਤੱਕ ਇਹਦੀਆਂ ਨੀਡਸ ਲਿਮਿਟਿਡ ਸੀਗੀਆਂ. ਬਟ ਵਿਦ ਦ ਡਿਵੈਲਪਮੈਂਟ ਆਫ ਮੈਨਕਾਇੰਡ, ਜਿਵੇਂ ਜਿਵੇਂ ਮੈਨਕਾਇੰਡ ਦੀ ਡਿਵੈਲਪਮੈਂਟ ਹੋਈ, ਇਹਦੀਆਂ ਜ਼ਰੂਰਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ. ਐਜ਼ ਇਟ ਗ੍ਰਿਊ, ਦ ਮੈਨ ਸਟਾਰਟਿਡ ਲੁਕਿੰਗ ਟੁਵਰਡ ਹਿਜ਼ ਸਰਾਊਂਡਿੰਗਸ ਫॉर देयर fulfillment and the use of natural resources like soil, water, trees, stones, etc. ਸੋ ਜਿਵੇਂ ਜਿਵੇਂ ਇਨਸਾਨ ਦੀਆਂ ਜ਼ਰੂਰਤਾਂ ਵਧੀਆਂ, ਉਸਨੇ ਆਪਣੇ ਆਲੇ ਦੁਆਲੇ ਦੇਖਣਾ ਸ਼ੁਰੂ ਕਰ ਦਿੱਤਾ ਤੇ ਜੋ ਵੀ ਨੈਚੁਰਲ ਰਿਸੋਰਸਿਸ ਅਵੇਲੇਬਲ ਸੀਗੇ, ਜਿਵੇਂ ਕਿ ਸੋਇਲ, ਵਾਟਰ, ਟਰੀਜ਼, ਸਟੋਨਸ ਐਕਸੈਟਰਾ, ਇਹਨਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਆਪਣੀਆਂ ਜ਼ਰੂਰਤਾਂ ਨੂੰ ਫੁਲਫਿਲ ਕਰਨ ਦੇ ਲਈ. Man's increasing needs in today's world have gone limitless to the extent that he has to depend on various means. ਸੋ ਅੱਜ ਦੇ ਸਮੇਂ ਦੇ ਵਿੱਚ ਜੋ ਇਨਸਾਨ ਦੀਆਂ ਨੀਡਸ ਹਨ ਉਹ ਲਿਮਿਟਲੈਸ ਹੋ ਗਈਆਂ ਹਨ. ਉਹਨਾਂ ਨੂੰ ਪੂਰਾ ਕਰਨ ਦੇ ਲਈ ਇਨਸਾਨ ਨੂੰ ਬਹੁਤ ਸਾਰੇ ਮੀਨਸ ਦੇ ਉੱਪਰ ਡਿਪੈਂਡ ਹੋਣਾ ਪੈਂਦਾ ਹੈ. These means are called resources. ਇਹ ਜੋ ਸਾਧਨ ਹਨ ਇਹਨਾਂ ਨੂੰ ਕਹਿੰਦੇ ਹਨ ਸਰੋਤ. ਰਿਸੋਰਸ ਦਾ ਮਤਲਬ ਹੁੰਦਾ ਹੈ ਸਰੋਤ, ਜਿੱਥੋਂ ਸਾਨੂੰ ਕੋਈ ਚੀਜ਼ ਪ੍ਰਾਪਤ ਹੁੰਦੀ ਹੈ. ਜਿਵੇਂ ਕਿ ਸਨਲਾਈਟ ਇੱਕ ਸਰੋਤ ਹੈ, ਸਨ ਇੱਕ ਸਰੋਤ ਹੈ ਸਨਲਾਈਟ ਦਾ. ਸੋ ਸਨਲਾਈਟ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ? ਸਨ ਦੇ ਉੱਪਰੋਂ. Therefore the natural or man-made meaningful substances which fulfill man's need are known as resources. ਸੋ ਨੈਚੁਰਲ ਅਤੇ ਜਾਂ ਕੋਈ ਮੈਨ-ਮੇਡ ਜਿਹੜੀਆਂ ਮੀਨਿੰਗਫੁਲ ਸਬਸਟੈਂਸਿਸ ਹੁੰਦੀਆਂ ਹਨ, ਜਿਹੜੀਆਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ, ਉਹਨੂੰ ਆਪਾਂ ਰਿਸੋਰਸ ਕਹਿੰਦੇ ਹਾਂ. These resources fulfill man's specific objectives. ਇਹ ਜਿਹੜੇ ਰਿਸੋਰਸਿਸ ਹੁੰਦੇ ਹਨ, ਮੈਨ ਦੇ ਜਿਹੜੇ ਵੀ ਓਬਜੈਕਟਿਵਸ ਹੁੰਦੇ ਹਨ, ਸਪੈਸੀਫਿਕ ਓਬਜੈਕਟਿਵ, ਉਹਨਾਂ ਨੂੰ ਪੂਰਾ ਕਰਨ ਵਿੱਚ ਮੈਨ ਦੀ ਸਹਾਇਤਾ ਕਰਦੇ ਆ. In other words, the resources are such natural gifts which are very valuable for human beings. ਜੇ ਦੂਜੇ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਰਿਸੋਰਸਿਸ ਉਹ ਨੈਚੁਰਲ ਗਿਫਟਸ ਹੁੰਦੇ ਹਨ ਨੇਚਰ ਦੇ ਵੱਲੋਂ ਇਨਸਾਨ ਨੂੰ, ਜਿਹੜੇ ਕਿ ਬਹੁਤ ਹੀ ਕੀਮਤੀ ਹੁੰਦੇ ਹਨ ਹਿਊਮਨ ਬੀਇੰਗਸ ਦੇ ਲਈ, ਕਿਉਂਕਿ ਉਹਨਾਂ ਤੋਂ ਹੀ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ. ਦ ਰਿਸੋਰਸਿਸ ਮੇ ਬੀ ਨੈਚੁਰਲ ਔਰ ਮੈਨ ਮੇਡ. ਸੋ ਜਿਹੜੇ ਰਿਸੋਰਸਿਸ ਆ ਉਹ ਨੈਚੁਰਲ ਵੀ ਹੋ ਸਕਦੇ ਆ ਤੇ ਮੈਨ ਮੇਡ ਵੀ ਹੋ ਸਕਦੇ ਆ. ਦ ਨੈਚੁਰਲ ਰਿਸੋਰਸਿਸ ਆਰ ਪ੍ਰੋਵਾਈਡਡ to man by the nature, example forests, rivers, minerals, solar energy, seas, etc. ਜਿਹੜੇ ਨੈਚੁਰਲ ਰਿਸੋਰਸਿਸ ਹੁੰਦੇ ਆ ਉਹ ਮੈਨ ਨੂੰ ਨੇਚਰ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਹਨ, ਜਿਵੇਂ ਕਿ ਫੋਰੈਸਟ, ਜੰਗਲ, ਰਿਵਰਸ, ਨਦੀਆਂ, ਮਿਨਰਲਸ, ਸੋਲਰ એનર્ਜੀ, ਸੀਜ਼ ਐਕਸੈਟਰਾ. ਦਾ ਇੰਪੋਰਟੈਂਟ ਅਮੰਗ ਮੈਨ ਮੇਡ ਰਿਸੋਰਸਿਸ ਆਰ ਮਸ਼ੀਨਰੀ. ਹੁਣ ਜਿਹੜੇ ਇਨਸਾਨ ਨੇ ਖੁਦ ਤਿਆਰ ਕੀਤੇ ਰਿਸੋਰਸਿਸ ਆ, ਜਿਹੜੇ ਇਹਦੀ ਹੈਲਪ ਕਰਦੇ ਆ, ਉਹ ਆ ਮਸ਼ੀਨਰੀ, means of transportation, artificial fertilizers, human resources, etc. ਇਹ ਸਾਰੀ ਇੰਟਰੋਡਕਸ਼ਨ ਆ. ਆਪਾਂ ਇਹਨਾਂ ਚੀਜ਼ਾਂ ਨੂੰ ਨੈਕਸਟ ਟੌਪਿਕਸ ਦੇ ਵਿੱਚ ਡੀਪਲੀ ਪੜਾਂਗੇ. ਸੋ ਰਿਸੋਰਸਿਸ may be classified as physical or non-physical in nature. ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਐਜ਼ ਫਿਜ਼ੀਕਲ ਰਿਸੋਰਸਿਸ ਔਰ ਨਾਨ ਫਿਜ਼ੀਕਲ ਰਿਸੋਰਸਿਸ. ਉਹਨਾਂ ਦੀ ਨੇਚਰ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਫਿਜ਼ੀਕਲ ਆ ਕਿ ਨਾਨ ਫਿਜ਼ੀਕਲ ਆ. ਫਿਜ਼ੀਕਲ ਆਰ ਦੋ ਰਿਸੋਰਸਿਸ ਵਿਚ ਆਰ ਟੈਂਜੀਬਲ ਐਂਡ ਨਾਨ ਫਿਜ਼ੀਕਲ ਆਰ ਦੋ ਰਿਸੋਰਸਿਸ ਵਿਚ ਆਰ ਨਾਨ ਟੈਂਜੀਬਲ ਇਨ ਨੇਚਰ.
ਇਹਨਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ, ਹੁੰਦੇ ਆ ਫਿਜ਼ੀਕਲ ਰਿਸੋਰਸਿਸ। ਸੋ ਹਿਊਮਨ ਇੰਟੈਲੀਜੈਂਸ knowledge and efficiency is termed as human resource। ਜਿਹੜੀ ਹਿਊਮਨ ਇੰਟੈਲੀਜੈਂਸ ਆ, ਹਿਊਮਨ ਦੀ ਨੌਲੇਜ ਆ, ਐਫੀਸ਼ੀਐਂਸੀ ਆ, ਇਹਨੂੰ ਆਪਾਂ ਕਹਿੰਦੇ ਆ ਹਿਊਮਨ ਰਿਸੋਰਸ। ਸੋ ਹਿਊਮਨ ਰਿਸੋਰਸ ਨਾਨ ਫਿਜ਼ੀਕਲ ਰਿਸੋਰਸ ਦਾ ਇੱਕ ਬਹੁਤ ਵਧੀਆ ਐਗਜ਼ਾਮਪਲ ਆ, ਜਿਵੇਂ ਕਿ ਹਿਊਮਨ ਦੀ ਨੌਲੇਜ ਤੇ ਹਿਊਮਨ ਦੀ ਇੰਟੈਲੀਜੈਂਸ। Resource is a changing concept which may expand or contract with the development of knowledge and technology। Resource ਦਾ concept ਜਿਹੜਾ ਹੈ ਉਹ ਚੇਂਜਿੰਗ concept ਆ, ਕਿਉਂਕਿ ਜਿਵੇਂ ਉਹ ਵੱਧ ਵੀ ਸਕਦਾ ਜੇ ਆਪਣੇ ਕੋਲ ਇਹੋ ਜਿਹੀ ਟੈਕਨੋਲੋਜੀ ਜਾਂ ਨੌਲੇਜ ਹੈਗੀ ਆ ਕਿ ਆਪਾਂ ਰਿਸੋਰਸ ਨੂੰ ਐਕਸਟਰੈਕਟ ਕਰ ਸਕੀਏ, ਤਾਂ ਉਹ ਬਹੁਤ ਜ਼ਿਆਦਾ ਮਾਤਰਾ 'ਚ ਆਪਾਂ ਐਕਸਟਰੈਕਟ ਵੀ ਕਰ ਸਕਦੇ ਹਾਂ ਕਿਸੇ ਜੇ ਚੀਜ਼ ਦੇ ਵਿੱਚੋਂ। ਤੇ ਜੇ ਆਪਣੇ ਕੋਲ ਨੌਲੇਜ ਨਹੀਂ ਆ ਕਿ ਅਸੀਂ ਕਿਸੇ ਵੀ ਰਿਸੋਰਸ ਨੂੰ ਐਕਸਟਰੈਕਟ ਕਰ ਸਕੀਏ, ਤਾਂ ਉਹ ਰਿਸੋਰਸ ਬਹੁਤ ਘੱਟ ਹੋ ਜਾਏਗਾ। ਸੋ ਐਜ਼ ਕੋਲ ਔਰ ਪੈਟਰੋਲੀਅਮ ਫॉर ਦ ਪ੍ਰਿਮਿਟਿਵ ਮੈਨ ਐਂਡ ਐਲੂਮੀਨੀਅਮ ਬਿਫੋਰ ਦ ਇਨਵੈਂਸ਼ਨ ਆਫ ਐਰੋਪਲੇਨਸ ਫॉर ਦ ਮਾਡਰਨ ਮੈਨ ਹੈਡ ਅ ਲਿਟਲ ਔਰ ਨੋ ਮੀਨਿੰਗ। ਜਿਵੇਂ ਕਿ ਕੋਲ ਔਰ ਪੈਟਰੋਲੀਅਮ ਫॉर ਦ ਪ੍ਰਿਮਿਟਿਵ ਜਿਹੜੇ ਆਦਿ ਮਾਨਵ ਸੀਗੇ, ਉਹਨਾਂ ਦੇ ਲਈ ਕੋਲ ਤੇ ਪੈਟਰੋਲੀਅਮ ਦਾ ਕੋਈ ਵੀ ਮਾਇਨਾ ਨਹੀਂ ਸੀ ਰੱਖਦੇ, ਕੋਲ ਤੇ ਪੈਟਰੋਲੀਅਮ, ਕਿਉਂਕਿ ਉਹ ਨਾ ਉਹਨਾਂ ਨੂੰ ਨੌਲੇਜ ਸੀਗੀ ਇਸ ਚੀਜ਼ ਦੇ ਬਾਰੇ, ਨਾ ਹੀ ਉਹਨੂੰ ਐਕਸਟਰੈਕਟ ਕਰ ਸਕਦੇ ਸੀਗੇ। ਸੋ ਉਦੋਂ ਇਹ ਕੰਟਰੈਕਟ ਕਰ ਗਿਆ ਸੀਗਾ ਜਿਹੜਾ ਕੰਸੈਪਟ ਆ, ਕਿਉਂਕਿ ਉਦੋਂ ਇਹਨਾਂ ਦੀ ਵਰਤੋਂ ਨਹੀਂ ਸੀ ਹੈਗੀ। ਪਰ ਹੁਣ ਜਿਵੇਂ ਟੈਕਨੋਲੋਜੀਜ਼ ਤੇ ਵਿੱਚ ਡਿਵੈਲਪਮੈਂਟ ਆਈ ਤੇ ਨੌਲੇਜ ਵਧੀ ਆ, ਤਾਂ ਕੋਲ ਤੇ ਪੈਟਰੋਲੀਅਮ ਦਾ ਯੂਜ਼ ਬਹੁਤ ਐਕਸਪੈਂਡ ਹੋਇਆ। So similar is the example for the aluminium। Therefore we can say that the real development of the resource lies in its efficient utilization। ਕਿ ਜਿਹੜੀ ਅਸਲੀ ਡਿਵੈਲਪਮੈਂਟ ਕਿਸੇ ਵੀ ਰਿਸੋਰਸ ਦੀ ਉਹ ਕਦੋਂ ਹੁੰਦੀ ਹੈ, ਜਦੋਂ ਉਹਦੀ ਐਫੀਸ਼ੀਐਂਟ ਯੂਟਿਲਾਈਜੇਸ਼ਨ ਹੋਵੇ। The development of all the resources is dependent upon development of human resource। ਜਿਹੜੀ ਸਾਰੇ ਰਿਸੋਰਸਿਸ ਜਿੰਨੇ ਵੀ ਆਪਾਂ ਦੇਖਦੇ ਹਾਂ, ਜੇ ਜਿਨ੍ਹਾਂ ਦੀ ਆਪਾਂ ਇਸ ਚੈਪਟਰ ਦੇ ਵਿੱਚ ਗੱਲ ਕਰਾਂਗੇ, ਉਹ ਕਿਸ ਚੀਜ਼ ਦੇ ਉੱਪਰ ਡਿਪੈਂਡ ਕਰਦੇ ਆ, ਹਿਊਮਨ ਰਿਸੋਰਸ ਦੇ ਉੱਪਰ। ਕਿਉਂਕਿ ਜਿੰਨੀਆਂ ਵੀ ਇਨਵੈਂਸ਼ਨਸ ਹੋਈਆਂ, ਜਿੰਨੀਆਂ ਵੀ ਰਿਸਰਚ ਹੋਈਆਂ, ਜਿੰਨੇ ਵੀ ਆਪਾਂ ਹਿਊਮਨ ਰਿਸੋਰਸ ਯੂਜ਼ ਕਰ ਰਹੇ ਹਾਂ, ਉਹ ਸਭ ਦੇ ਸਭ ਨੂੰ ਯੂਜ਼ ਦੇ ਵਿੱਚ ਕਿੰਨੇ ਲਿਆਂਦਾ, ਹਿਊਮਨ ਰਿਸੋਰਸ ਨੇ, ਹਿਊਮਨ ਦੀ ਨੌਲੇਜ ਨੇ, ਹਿਊਮਨ ਦੀ ਇੰਟੈਲੀਜੈਂਸ ਨੇ। ਸੋ ਸਭ ਤੋਂ ਵੱਡਾ ਜਿਹੜਾ ਮੇਨ ਰਿਸੋਰਸ ਦੀ ਆਪਾਂ ਗੱਲ ਕਰੀਏ, ਉਹ ਹਿਊਮਨ ਰਿਸੋਰਸ ਆ। ਜਿਵੇਂ ਕਿ ਇੱਕ ਕੋਟੇਸ਼ਨ ਵੀ ਆ ਕਿ God gives nuts but he does not crack them। ਪਰਮਾਤਮਾ ਨਟਸ ਤਾਂ ਦਿੰਦਾ ਹੈ, ਪਰ ਉਹਨਾਂ ਨੂੰ ਕ੍ਰੈਕ ਖੁਦ ਕਰਨਾ ਪੈਂਦਾ ਹੈ, ਕ੍ਰੈਕ ਕਰਕੇ ਨਟਸ ਨਹੀਂ ਦਿੰਦਾ। ਇਸੇ ਤਰੀਕੇ ਨਾਲ ਇਸ ਯੂਨੀਵਰਸ ਦੇ ਵਿੱਚ ਅਬੰਡੈਂਟ ਰਿਸੋਰਸਿਸ ਆ। ਸੋ ਉਹਨਾਂ ਨੂੰ ਕ੍ਰੈਕ ਕਰਨ ਦੇ ਲਈ, ਉਹਨਾਂ ਨੂੰ ਯੂਟਿਲਾਈਜੇਸ਼ਨ ਦੇ ਵਿੱਚ ਲਿਆਉਣ ਦੇ ਲਈ, ਉਹਨਾਂ ਨੂੰ ਡਿਵੈਲਪ ਕਰਨ ਦੇ ਲਈ ਸਿਰਫ ਇੱਕ ਹੀ ਚੀਜ਼ ਦੀ ਜ਼ਰੂਰਤ ਆ, ਉਹ ਹੈ ਹਿਊਮਨ ਰਿਸੋਰਸ। ਨੈਕਸਟ ਟੌਪਿਕ ਹੈ ਰਿਸੋਰਸਿਸ ਟਾਈਪਸ। ਸੋ ਇਸ ਟੌਪਿਕ ਦੇ ਵਿੱਚ ਆਪਾਂ ਰਿਸੋਰਸਿਸ ਦੀਆਂ ਟਾਈਪਸ ਪੜਾਂਗੇ ਤੇ ਇਹਨਾਂ ਨੂੰ ਡੀਪਲੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਨੈਚੁਰਲ ਔਰ ਮੈਨ-ਮੇਡ ਰਿਸੋਰਸਿਸ ਆਰ ਆਫ ਵੇਰੀਅਸ ਟਾਈਪਸ। ਜਿਹੜੇ ਨੈਚੁਰਲ ਤੇ ਮੈਨ-ਮੇਡ ਰਿਸੋਰਸਿਸ ਆ, ਉਹ ਵੇਰੀਅਸ ਟਾਈਪਸ ਦੇ ਹੁੰਦੇ ਹਨ। ਔਨ ਦਾ ਬੇਸਿਸ ਆਫ ਲਾਈਫ ਐਗਜ਼ਿਸਟੈਂਸ, ਅਵੇਲੇਬਿਲਿਟੀ, level of development of utilization, these resources can be divided into following types। so on the basis of life, ਵੀ ਇਹ ਕਿੰਨਾ ਚਿਰ ਚੱਲਣ ਵਾਲੇ ਆ, ਐਗਜ਼ਿਸਟੈਂਸ ਕਿੰਨੀ ਮਾਤਰਾ ਦੇ ਵਿੱਚ ਐਗਜ਼ਿਸਟ ਕਰਦੇ ਆ, ਅਬੰਡੈਂਟ ਆ ਕਿ ਬਹੁਤ ਘੱਟ ਮਾਤਰਾ ਦੇ ਵਿੱਚ ਐਗਜ਼ਿਸਟ ਕਰਦੇ ਆ। ਫਿਰ ਇਕੱਲਾ ਅਬੰਡੈਂਸ ਹੀ ਕਾਫੀ ਨਹੀਂ ਆ, ਅਵੇਲੇਬਿਲਿਟੀ, ਉਹਨਾਂ ਨੂੰ ਆਪਾਂ ਐਕਸਟਰੈਕਟ ਕਰਕੇ ਆਪਾਂ ਯੂਜ਼ ਦੇ ਵਿੱਚ ਲਿਆ ਸਕਦੇ ਹਾਂ ਕਿ ਨਹੀਂ ਲਿਆ ਸਕਦੇ, ਇਹਦੇ ਉੱਪਰ ਡਿਪੈਂਡ ਕਰਦਾ ਹੈ। ਲੈਵਲ ਆਫ ਡਿਵੈਲਪਮੈਂਟ, ਉਹਦੇ ਲਈ ਆਪਣੇ ਕੋਲ ਐਨਐਫ ਟੈਕਨੋਲੋਜੀ ਹੈ ਉਸ ਕਿ ਉਹ ਜਿਹੜਾ ਵੀ ਰਿਸੋਰਸ ਹੈ ਉਹਨੂੰ ਆਪਾਂ ਯੂਜ਼ ਕਰ ਸਕੀਏ ਐਫੀਸ਼ੀਐਂਟ ਵੇ ਦੇ ਵਿੱਚ। ਸੋ ਇਹਨਾਂ ਸਾਰੇ ਪੈਰਾਮੀਟਰਸ ਦੇ ਉੱਪਰ ਆਪਾਂ ਰਿਸੋਰਸਿਸ ਨੂੰ ਕੈਟੇਗਰਾਈਜ਼ ਕਰਦੇ ਹਾਂ। ਸੋ we are going to understand about these categorizations। so first category is biotic and abiotic resources। so to understand the concept of biotic and abiotic resources, let's go through
this presentation. So firstly we will talk about biotic. सब तो पहला आप biotic की गल करांगे. Biotic ਦੇ ਵਿੱਚ biotic जो शब्द है वो दो शब्दों के जोड़ नाल बनया है. पहला मतलब bio का मतलब है life. So bio का मतलब है life plus एक का मतलब है life like. So जो combined word बनता है उसका मतलब निकलता है life like. So biotic ਦੇ ਵਿੱਚ ਉਹ ਸਾਰੇ ਰਿਸੋਰਸਿਸ ਆਉਂਦੇ ਹਨ ਜਿਹੜੇ ਲਾਈਫ ਲਾਈਕ ਹੁੰਦੇ ਹਨ, ਜਿਵੇਂ ਕਿ ਫॉर एग्जांपल ਪ੍ਰੋਡਿਊਸਰਸ, ਕੰਜ਼ਿਊਮਰ ਐਂਡ ਡੀਕੰਪੋਜ਼ਰਸ. ਛੋਟੀਆਂ ਕਲਾਸਿਸ ਦੇ ਵਿੱਚ ਆਪਾਂ ਕਨਸੈਪਟ ਦੇਖਿਆ ਹੋਣਾ ਵੀ ਪ੍ਰੋਡਿਊਸਰਸ ਦਾ ਮਤਲਬ ਕੀ ਆ, ਕੰਜ਼ਿਊਮਰਸ ਦਾ ਮਤਲਬ ਕੀ ਆ, ਡੀਕੰਪੋਜ਼ਰ ਦਾ ਮਤਲਬ ਕੀ ਆ. ਜਸਟ ਰੀਜ਼ਨ ਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ, ਪ੍ਰੋਡਿਊਸਰਸ ਉਹ ਹੁੰਦੇ ਹਨ ਜਿਹੜੇ ਆਪਣਾ ਖਾਣਾ ਖੁਦ ਬਣਾਉਂਦੇ ਹਨ, ਜਿਵੇਂ ਕਿ ਫॉर एग्जांपल ਸੀਗਾ ਪਲਾਂਟ ਸੀਗਾ. ਕੰਜ਼ਿਊਮਰਸ ਉਹ ਹੁੰਦੇ ਹਨ ਜਿਹੜੇ ਪ੍ਰੋਡਿਊਸਰਸ ਦੇ ਉੱਪਰ ਖਾਣਾ ਖਾਣ ਦੇ ਲਈ ਡਿਪੈਂਡ ਹੁੰਦੇ ਹਨ, ਜਿਵੇਂ ਕਿ ਸਾਰੇ ਐਨੀਮਲਸ ਹੋ ਗਏ, ਇਨਸੈਕਟਸ ਹੋ ਗਏ. ਸੋ ਡੀਕੰਪੋਜ਼ਰਸ ਉਹ ਹੁੰਦੇ ਹਨ ਜਿਹੜੇ ਜੋ ਕੰਜ਼ਿਊਮਰਸ ਤੇ ਪ੍ਰੋਡਿਊਸਰਸ ਦੇ ਡੈਡ ਰਿਮੇਨਸ ਹਨ ਉਹਨਾਂ ਨੂੰ ਡੀਕੰਪੋਜ਼ ਕਰਦੇ ਹਨ, ਉਹਨਾਂ ਨੂੰ ਕਹਿੰਦੇ ਆ ਡੀਕੰਪੋਜ਼ਰਸ ਕਹਿੰਦੇ ਆ. ਸੋ ਇਹ ਜਿੰਨਾ ਵੀ ਪ੍ਰੋਡਿਊਸਰਸ, ਕੰਜ਼ਿਊਮਰ, ਡੀਕੰਪੋਜ਼ਰਸ, ਜਿਹੜੇ ਵੀ ਰਿਸੋਰਸਿਸ ਦੇ ਵਿੱਚ ਲਾਈਫ ਆ ਉਹਨੂੰ ਆਪਾਂ ਬਾਇਓਟਿਕ ਕੈਟੇਗਰੀ ਦੇ ਅੰਡਰ ਕੰਸੀਡਰ ਕਰਦੇ ਹਾਂ. ਸੋ ਹੁਣ ਜੇ ਗੱਲ ਕਰੀਏ ਇਹ ਬਾਇਓਟਿਕ ਦੀ, ਇਹ ਬਾਇਓਟਿਕ ਦੇ ਵਿੱਚ ਨॉन ਲਿਵਿੰਗ ਰਿਸੋਰਸਿਸ ਆਉਂਦੇ ਹਨ, ਕੈਮੀਕਲ ਐਂਡ ਮਿਨਰਲਸ ਆਉਂਦੇ ਹਨ. ਮਿਨਰਲਸ ਜਿਵੇਂ ਫਾਸਫੇਟ ਰੌਕ, ਪੋਟਾਸ਼, ਲਾਈਮ, ਇਹ ਸਾਰੇ ਜਿਹੜੇ ਮਿਨਰਲਸ ਹੁੰਦੇ ਹਨ ਇਹ ਐਗਰੀਕਲਚਰ ਦੇ ਵਿੱਚ ਯੂਜ਼ ਹੁੰਦੇ ਹਨ. ਮਿਨਰਲ ਵਾਟਰ ਆਪਾਂ ਡਰਿੰਕਿੰਗ ਮਤਲਬ ਸਾਡੀ ਹੈਲਥ ਨੂੰ ਵੀ ਮਿਨਰਲਸ ਦੀ ਜ਼ਰੂਰਤ ਹੁੰਦੀ ਹਨ, ਤਾਂ ਹੀ ਆਪਾਂ ਮਿਨਰਲ ਵਾਟਰ ਦੀ ਵਰਤੋਂ ਕਰਦੇ ਹਾਂ. ਸੋ ਕੰਸਟਰਕਸ਼ਨ ਦੇ ਵਿੱਚ ਮਿਨਰਲਸ ਦੀ ਬਹੁਤ ਵਰਤੋਂ ਹੁੰਦੀ ਹੈ. ਸੋ ਇਹ ਬਾਇਓਟਿਕ ਦੇ ਅੰਡਰ ਨॉन ਲਿਵਿੰਗ ਥਿੰਗਸ ਆਉਂਦੀਆਂ ਹਨ. ਸੋ ਉਹਨਾਂ 'ਚੋਂ ਇੱਕ ਸੀਗੇ ਮਿਨਰਲ. ਅਤੇ ਬਾਕੀ ਇਹ ਬਾਇਓਟਿਕ ਦੇ ਅੰਦਰ ਫਿਜ਼ੀਕਲ ਫੈਕਟਰਸ ਵੀ ਆਉਂਦੇ ਹਨ. ਫਿਜ਼ੀਕਲ ਫੈਕਟਰਸ ਜਿਵੇਂ ਕਿ ਸਨਲਾਈਟ, ਐਲਟੀਟਿਊਡ, ਹਿਊਮਿਡਿਟੀ, ਟੈਂਪਰੇਚਰ, ਵਾਟਰ ਡੈਪਥ, ਵਾਟਰ ਫਲੋ ਰੇਟ, pH ਲੈਵਲ, ਆਕਸੀਜਨ ਲੈਵਲ, ਵਾਟਰ ਸਲਾਈਨਿਟੀ. ਜੋ ਇੱਧਰਲਾ ਕਾਲਮ ਹੈ ਇਹ ਮੈਰੀਨ ਰਿਸੋਰਸਿਸ ਦੇ ਵਿੱਚ ਪਾਇਆ ਜਾਂਦਾ, ਜਿਹੜੇ ਕਿ ਪਾਣੀ ਦੇ ਵਿੱਚ ਇਹ ਸਾਰੇ ਫੈਕਟਰਸ ਇਹ ਬਾਇਓਟਿਕ ਦੇ ਵਰਕ ਕਰਦੇ ਆ. ਜੇ ਆਪਾਂ ਸਰਫੇਸ ਦੇ ਉੱਪਰ ਗੱਲ ਕਰੀਏ, ਸਨਲਾਈਟ, ਏਅਰ, ਪ੍ਰੈਸਿਪੀਟੇਸ਼ਨ, ਮਿਨਰਲਸ, ਵੈਦਰ, ਐਲਟੀਟਿਊਡ, ਹਿਊਮਿਡਿਟੀ. ਸੋ ਬਾਇਓਟਿਕ ਤੇ ਇਹ ਬਾਇਓਟਿਕ ਆਪਸ ਦੇ ਵਿੱਚ ਡਿਪੈਂਡੈਂਟ ਆ. ਸੋ ਉਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ ਛੋਟੀ ਜੀ. ਸੋ ਫਸਟਲੀ ਆਪਾਂ ਜੇ ਕੰਸੀਡਰ ਕਰੀਏ, ਜੇ ਆਪਾਂ ਛੋਟੀ ਕਲਾਸਿਸ ਦੇ ਵਿੱਚ ਜਿਸ ਤਰ੍ਹਾਂ ਪੜ੍ਹਿਆ ਵਾ, ਫੋਟੋਸਿੰਥੇਸਿਸ ਦਾ ਇੱਕ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ ਪਲਾਂਟ ਜਿਹੜੇ ਪ੍ਰੋਡਿਊਸਰਸ ਆ ਉਹ ਆਪਣਾ ਖਾਣਾ ਖੁਦ ਬਣਾਉਂਦੇ ਹਨ. ਸੋ ਉਹਦੇ ਵਿੱਚ ਜੋ ਇਹ ਬਾਇਓਟਿਕ ਕੰਪੋਨੈਂਟਸ ਦੀ ਵਰਤੋਂ ਹੁੰਦੀ ਹੈ ਉਹ ਹੈ ਸਨਲਾਈਟ, ਵਾਟਰ ਐਂਡ CO2. ਅਲੋਂਗ ਵਿਦ ਦੈਟ ਕਲੋਰੋਫਿਲ ਵੀ ਹੁੰਦਾ ਉਹਦੇ ਵਿੱਚ. ਪਰ ਜਿਹੜੇ ਏਬਾਇਓਟਿਕ ਕੰਪੋਨੈਂਟਸ ਆ ਉਹ ਸਨਲਾਈਟ, ਵਾਟਰ, ਮੇਜਰਲੀ ਇਹੀ ਆ. ਸੋ ਇਹਨਾਂ ਦੀ ਹੈਲਪ ਦੇ ਨਾਲ ਫੋਟੋਸਿੰਥੇਸਿਸ ਪ੍ਰੋਸੈਸ ਟੇਕ ਪਲੇਸ ਹੁੰਦਾ. ਫੋਟੋਸਿੰਥੇਸਿਸ ਪ੍ਰੋਸੈਸ ਐਜ਼ ਯੂ ਨੋ ਉਹ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਜਿਹੜੇ ਪਲਾਂਟਸ, ਜਿਹੜੇ ਪ੍ਰੋਡਿਊਸਰਸ ਆ ਉਹ ਆਪਣਾ ਖਾਣਾ ਖੁਦ ਬਣਾਉਂਦੇ ਆ. ਸੋ ਫੋਟੋਸਿੰਥੇਸਿਸ ਪ੍ਰੋਸੈਸ ਦੇ ਨਾਲ ਮੈਜੋਰਟੀ ਆਫ ਪ੍ਰੋਡਿਊਸਰਸ ਆਪਣਾ ਖਾਣਾ ਬਣਾਉਂਦੇ ਆ. ਸੋ ਜਦੋਂ ਪ੍ਰੋਡਿਊਸਰਸ ਆਪਣਾ ਖਾਣਾ ਬਣਾਉਂਦੇ ਆ, ਫਿਰ ਪ੍ਰੋਡਿਊਸਰਸ ਨੂੰ ਕੰਜ਼ਿਊਮ ਕੌਣ ਕਰਦੇ ਆ? ਪ੍ਰੋਡਿਊਸਰਸ ਹੁੰਦੇ ਆ ਪਲਾਂਟਸ. ਪ੍ਰੋਡਿਊਸਰਸ ਨੂੰ ਕੰਜ਼ਿਊਮ ਕੌਣ ਕਰਦੇ ਆ? ਕੰਜ਼ਿਊਮਰਸ. ਸੋ ਇਮੈਜਿਨ ਕਰੋ ਇੱਕ ਸਿਚੁਏਸ਼ਨ, ਜੇ ਆਪਣੇ ਕੋਲ ਸਨਲਾਈਟ, ਵਾਟਰ, ਕਾਰਬਨ ਡਾਈਆਕਸਾਈਡ ਪ੍ਰੈਜ਼ੈਂਟ ਹੀ ਨਾ ਹੋਵੇ ਤੇ ਫੋਟੋਸਿੰਥੇਸਿਸ ਦਾ ਪ੍ਰੋਸੈਸ ਪੋਸੀਬਲ ਨਹੀਂ ਹੋ ਸਕਦਾ. ਸੋ ਜੇ ਫੋਟੋਸਿੰਥੇਸਿਸ ਪੋਸੀਬਲ ਨਹੀਂ ਹੋ ਸਕਦੀ, ਪ੍ਰੋਡਿਊਸਰਸ ਨੂੰ ਆਪਣਾ ਖਾਣਾ ਨਹੀਂ ਮਿਲੇਗਾ. ਜੇ ਪ੍ਰੋਡਿਊਸਰਸ ਨੂੰ ਆਪਣਾ ਖਾਣਾ ਨਹੀਂ ਮਿਲਿਆ ਤੇ ਅਸੀਂ ਜੋ ਕੰਜ਼ਿਊਮਰਸ ਹਾਂ ਉਹ ਜਿੰਦਾ ਨਹੀਂ ਰਹਿ ਸਕਦੇ. ਸੋ ਇਹ ਬਾਇਓਟਿਕ ਰਿਸੋਰਸਿਸ ਜਿਹੜੇ ਇਕੋਸਿਸਟਮ ਦੇ ਵਿੱਚ ਬਹੁਤ ਹੀ ਅਹਿਮ ਰੋਲ ਪਲੇ ਕਰਦੇ ਹਨ. ਸੋ ਇਹ ਬਾਇਓਟਿਕ ਰਿਸੋਰਸਿਸ ਦੇ ਸਰਵਾਈਵਲ ਲਈ ਮਸਟ ਹਨ. ਸੋ ਹੁਣ ਜਿਹੜੀ ਪ੍ਰੈਜੈਂਟੇਸ਼ਨ ਸੀਗੀ ਉਹਦੇ ਵਿੱਚ ਆਪਾਂ ਬਾਇਓਟਿਕ ਐਂਡ ਏਬਾਇਓਟਿਕ ਰਿਸੋਰਸਿਸ ਬਾਰੇ ਥੋੜ੍ਹਾ ਜਿਹਾ ਸਮਝਿਆ. ਸੋ ਲੈਟਸ ਰੀਡ ਫਰੋਮ ਯੋਰ book. Biotic resources are those basic resources which originate from the living things. Biotic resources ਉਹ basic resources ਹੁੰਦੇ ਹਨ ਜਿਹੜੇ originate ਕਿੱਥੋਂ ਕਰਦੇ ਆ? living things ਦੇ ਵਿੱਚੋਂ.
So approximately 85% of world's total food depend upon these biotic resources. 85% ਜਿਹੜਾ ਵਰਲਡ ਦਾ ਟੋਟਲ ਫੂਡ ਆ ਉਹ ਡਿਪੈਂਡ ਕਿਹਦੇ ਉੱਪਰ ਕਰਦਾ ਹੈ, ਬਾਇਓਟਿਕ ਰਿਸੋਰਸਿਸ। ਬਾਕੀ ਜਿਹੜਾ ਕੰਪੋਜੀਸ਼ਨ ਫੂਡ ਦੀ ਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਜਿੱਦਾਂ ਆਪਾਂ ਪਾਣੀ ਦੇ ਵਿੱਚ ਮਿਨਰਲਸ ਲੈਂਦੇ ਆ, ਬਾਕੀ ਫੂਡ ਦੀ ਕੰਪੋਜੀਸ਼ਨ ਉਹ ਹੈ ਜਿਵੇਂ ਕਿ ਆਪਣੀ ਬੋਡੀ ਦੇ ਲਈ ਵਿਟਾਮਿਨਸ ਐਂਡ ਮਿਨਰਲਸ, ਆਇਰਨ ਜਿੱਦਾਂ ਇੱਕ ਮਿਨਰਲ ਆ, ਬਹੁਤ ਜ਼ਰੂਰੀ ਹੁੰਦੇ ਆ। ਸੋ ਨੈਕਸਟ, plants and other living creatures are included in these types of resources. Plants ਜਿਹੜੇ ਆ ਇਸ ਟਾਈਪ ਦੇ ਰਿਸੋਰਸਿਸ ਦੇ ਵਿੱਚ ਇਨਕਲੂਡ ਹੁੰਦੇ ਆ। ਸੋ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ, ਪ੍ਰੋਡਿਊਸਰਸ, ਪਲਾਂਟਸ ਕੌਣ ਹੁੰਦੇ ਆ, ਪ੍ਰੋਡਿਊਸਰਸ ਵੀ ਜਿਹੜੇ ਬਾਇਓਟਿਕ ਰਿਸੋਰਸਿਸ ਆ ਉਹਦੇ ਵਿੱਚ ਇਨਕਲੂਡਡ ਆ। These resources provide raw material for our industries. So ਜਿਹੜੇ ਬਾਇਓਟਿਕ ਰਿਸੋਰਸਿਸ ਆ ਇਹ ਇੰਡਸਟਰੀਜ਼ ਦੇ ਲਈ raw material ਪ੍ਰੋਵਾਈਡ ਕਰਦੇ ਆ, ਜਿਵੇਂ ਫੂਡ ਇੰਡਸਟਰੀ ਲਈ ਬਹੁਤ ਜ਼ਿਆਦਾ raw material ਇਹ ਪ੍ਰੋਵਾਈਡ ਕਰਦੇ ਆ ਜਿਹੜੇ ਬਾਇਓਟਿਕ ਹੁੰਦੇ ਆ। Coal and petroleum are also included in the category of biotic resources as they are produced from the plants and animals. ਹੁਣ ਕੋਲਸ ਤੇ ਪੈਟਰੋਲੀਅਮ ਤਾਂ ਲਿਵਿੰਗ ਨਹੀਂ ਆ, ਪਰ ਇਹਨੂੰ ਇਨਕਲੂਡ ਇੱਥੇ ਕਰ ਰਹੇ ਆ ਬਾਇਓਟਿਕ ਰਿਸੋਰਸਿਸ ਦੇ ਵਿੱਚ, ਕਿਉਂਕਿ ਇਹ ਪ੍ਰੋਡਿਊਸ ਕਿੱਥੋਂ ਹੁੰਦੇ ਹਨ, ਪਲਾਂਟਸ ਐਂਡ ਐਨੀਮਲਸ ਤੋਂ। ਜਿਵੇਂ ਹੁਣ ਕੋਲ ਆ, ਇੱਕ ਕੋਲਾ ਹਮੇਸ਼ਾ ਕਿੱਥੋਂ ਬਣਦਾ, ਜਦੋਂ ਵੁੱਡ ਜਲਦੀ ਆ। ਸੋ ਵੁੱਡ ਕਿੱਥੋਂ ਆਪਣੇ ਕੋਲ ਆਉਂਦੀ ਆ, ਪਲਾਂਟਸ ਤੋਂ। ਸੋ ਪਲਾਂਟ ਦੇ ਉੱਪਰੋਂ ਆਪਣੇ ਕੋਲ ਵੁੱਡ ਆਈ ਤੇ ਵੁੱਡ ਤੋਂ ਉੱਪਰੋਂ ਕੀ ਬਣਿਆ, ਕੋਲ। The non-living products like minerals, water, etc., which are provided by the nature are called abiotic resources. The minerals are the base of our industry. If we do not use minerals with care, these will exhaust very soon. ਸੋ ਕਹਿੰਦੇ ਆ ਕਿ ਜਿਹੜੀ ਨॉन ਲਿਵਿੰਗ ਪ੍ਰੋਡਕਟਸ ਦੇ ਵਿੱਚ ਜਿਵੇਂ ਕਿ ਮਿਨਰਲ ਤੇ ਵਾਟਰ ਆ, ਜਿਹੜੇ ਸਾਨੂੰ ਨੇਚਰ ਦੁਆਰਾ ਪ੍ਰੋਵਾਈਡ ਕੀਤੇ ਗਏ ਹਨ, ਇਹ ਸਾਰੇ ਏਬਾਇਓਟਿਕ ਰਿਸੋਰਸਿਸ ਦੇ ਵਿੱਚ ਆਉਂਦੇ ਆ। ਸੋ ਦ ਮਿਨਰਲਸ ਆਰ ਦ ਬੇਸ ਆਫ ਆਵਰ ਇੰਡਸਟਰੀ। ਸੋ ਜਿੰਨੀ ਵੀ ਇੰਡਸਟਰੀ ਆ, ਕੋਲ ਇੰਡਸਟਰੀ, ਸੋ ਆਪਣੇ ਸੀਮੈਂਟ ਇੰਡਸਟਰੀ ਆ, ਜਿੰਨੇ ਮੈਨੂਫੈਕਚਰਿੰਗ ਇੰਡਸਟਰੀਜ਼ ਜਿਹਦੇ ਵਿੱਚ ਡਿਫਰੈਂਟ ਪ੍ਰੋਡਕਟ ਬਣਦੇ ਆ, ਸੋ ਸਭ ਦੇ ਵਿੱਚ ਹੀ ਵਾਟਰ ਦੀ ਬਹੁਤ ਜ਼ਰੂਰਤ ਹੁੰਦੀ ਆ। ਸੋ ਜੋ ਮਿਨਰਲਸ ਤੇ ਵਾਟਰਸ ਆ, ਇਹ ਇੰਡਸਟਰੀ ਦੇ ਬੇਸ ਆ। ਇਫ ਵੀ ਡੂ ਨਾਟ ਯੂਜ਼ ਥੀਸ ਮਿਨਰਲਸ ਵਿਦ ਕੇਅਰ, ਜੇ ਆਪਾਂ ਇਹਨਾਂ ਮਿਨਰਲਸ ਨੂੰ ਵਿਦ ਕੇਅਰ ਦੇ ਨਾਲ, ਧਿਆਨ ਦੇ ਨਾਲ ਨਹੀਂ ਯੂਜ਼ ਕਰਾਂਗੇ ਤਾਂ ਇਹ ਐਗਜ਼ੌਸਟ ਹੋ ਜਾਣਗੇ, ਮਤਲਬ ਖਤਮ ਹੋ ਜਾਣਗੇ ਬਹੁਤ ਹੀ ਜਲਦੀ। ਸੋ ਨੈਕਸਟ ਹੈ ਡਿਵੈਲਪ ਐਂਡ ਪੋਟੈਂਸ਼ੀਅਲ ਰਿਸੋਰਸਿਸ। ਡਿਵੈਲਪ ਦਾ ਮਤਲਬ ਕੀ ਆ ਇੱਥੇ, ਤੇ ਪੋਟੈਂਸ਼ੀਅਲ ਰਿਸੋਰਸਿਸ ਦਾ ਕੀ ਮਤਲਬ ਆ, ਇਹ ਮੇਨ ਗੱਲ ਤੁਸੀਂ ਸਮਝਣੀ ਆ। ਡਿਵੈਲਪਡ ਦਾ ਮਤਲਬ ਆ ਜਿਹੜੇ ਡਿਵੈਲਪ ਹੋ ਚੁੱਕੇ ਆ, ਪੋਟੈਂਸ਼ੀਅਲ ਆ ਜਿਹੜੇ ਆਉਣ ਵਾਲੇ ਫਿਊਚਰ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ, ਫਿਊਚਰ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਯੂਜ਼ ਕਰਾਂਗੇ। ਸੋ ਇਹਦੀ ਐਗਜ਼ਾਮਪਲ ਵੀ ਮੈਂ ਦਊਂਗਾ ਇੱਕ। ਸੋ ਉਸ ਤੋਂ ਪਹਿਲਾਂ ਆਪਾਂ ਜਸਟ ਰੀਡ ਕਰੀਏ। ਨਾਰਮਲੀ ਦ ਰਿਚਨੈਸ ਆਫ ਅ ਕੰਟਰੀ ਕੈਨ ਬੀ ਜਜਡ ਫਰੋਮ ਦ ਰਿਸੋਰਸਿਸ ਇਟ ਪੋਜੈਸਿਸ। ਕਿਸੇ ਵੀ ਕੰਟਰੀ ਦੀ ਰਿਚਨੈਸ ਦਾ ਅੰਦਾਜ਼ਾ ਸਿਰਫ ਕਹਿੰਦੇ ਆ ਵੀ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਉਹ ਕੰਟਰੀ ਦੇ ਕੋਲ ਕਿੰਨੇ ਰਿਸੋਰਸਿਸ ਆ। ਸੋ ਸਭ ਤੋਂ ਪਰ ਮੇਨ ਜੋ ਆਪਾਂ ਮਾਈਂਡ ਦੇ ਵਿੱਚ ਗੱਲ ਰੱਖਣੀ ਹੈ, ਸਭ ਤੋਂ ਮੇਨ ਰਿਸੋਰਸ ਹੁੰਦਾ ਹੈ ਹਿਊਮਨ ਰਿਸੋਰਸ। ਈਵਨ ਕਿਸੇ ਕੰਟਰੀ ਦੇ ਕੋਲ ਨੈਚੁਰਲ ਰਿਸੋਰਸਿਸ ਘੱਟ ਵੀ ਆ, ਪਰ ਉਹਨਾਂ ਦਾ ਹਿਊਮਨ ਰਿਸੋਰਸ ਬਹੁਤ ਜ਼ਿਆਦਾ ਡਿਵੈਲਪਡ ਆ, ਤੇ ਉਹ ਘੱਟ ਰਿਸੋਰਸਿਸ ਦੀ ਡਿਵੈਲਪਮੈਂਟ ਦੇ ਵਿੱਚ ਅੜਚਨ ਨਹੀਂ ਪਾ ਸਕਦੇ। ਫॉर ਸਭ ਤੋਂ ਵਧੀਆ ਇਹਦੀ ਐਗਜ਼ਾਮਪਲ ਆ ਜਾਪਾਨ। ਤੇ ਇਹ ਕੰਟਰੀ ਜੋ ਹੈ, ਇਸ ਦੇ ਕੰਟਰੀ ਜੇ ਆਪਾਂ ਐਗਜ਼ਾਮਪਲ ਦੇਖੀਏ, ਤੇ ਜੋ ਆਪਣਾ ਸਾਊਥ ਅਫਰੀਕਾ ਹੈ ਉਹਦੇ ਵਿੱਚ ਪਲੰਟੀ ਆਫ ਰਿਸੋਰਸਿਸ ਆ, ਪਰ ਉਹਦਾ ਜਿਹੜਾ ਹਿਊਮਨ ਰਿਸੋਰਸ ਆ ਉਹ ਡਿਵੈਲਪ ਨਾ ਹੋਣ ਕਰਕੇ ਉਹ ਸਟਿਲ ਡਿਵੈਲਪਡ ਕੰਟਰੀਆਂ ਦੇ ਵਿੱਚ ਜਾਂ ਡਿਵੈਲਪਿੰਗ ਕੰਟਰੀ ਦੇ ਵਿੱਚ ਨਹੀਂ ਆ ਰਹੀ। ਸੋ ਫॉर example the gold, these resources may be available below or above the earth. ਜਿਹੜੇ resources ਆ ਡਿਵੈਲਪ ਜਾਂ potential resources, ਇਹ ਧਰਤੀ ਦੇ ਨੀਚੇ ਵੀ ਅਵੇਲੇਬਲ ਹੋ ਸਕਦੇ ਆ ਤੇ above ਵੀ। For example the gold, silver, coal and petroleum lie inside the earth. ਜਿਹੜੇ gold, silver, coal and petroleum ਆ, ਇਹ ਸਾਰੇ ਧਰਤੀ ਦੇ ਥੱਲੇ ਪਾਏ ਜਾਣ ਵਾਲੇ resources ਹਨ। Whereas water, forest, solar energy etc. lie over the earth. ਜਿਹੜਾ ਵਾਟਰ ਹੈ, ਫੋਰੈਸਟ ਹੈ, ਸੋਲਰ એનર્ਜੀ, ਇਹ ਸਾਰੇ ਅਰਥ ਦੇ ਉੱਪਰ ਲਾਈ ਕਰਦੇ ਹਨ। ਵਾਟਰ
ਨੀਚੇ ਵੀ ਲਾਈ ਕਰ ਸਕਦਾ, ਜਿਵੇਂ ਗਰਾਊਂਡ ਵਾਟਰ ਹੁੰਦਾ ਹੈ, ਉੱਪਰ ਜ਼ਿਆਦਾ, ਪਰ ਗਰਾਊਂਡ ਵਾਟਰ ਬਹੁਤ ਘੱਟ ਹੈ। ਸੋ ਵਾਟਰ ਜੋ ਹੈ ਇਹ ਜਿਵੇਂ ਕਿ ਓਸ਼ਨ, ਸੀਜ਼, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੁਆਂਟਿਟੀ ਵਾਟਰ ਦੀ ਹੈ, ਸੋ ਇਸ ਨੂੰ लाई ओवर द अर्थ कहा गया है। सो द रिसोर्सेज विच आर यूज्ड फॉर सम इकोनॉमिक गेन आर टर्म्ड एज डिवेलप्ड रिसोर्सेज। और रिसोर्सेज ਜਿਹੜੇ ਇਕਨੋਮਿਕ ਗੇਨ ਦੇ ਲਈ ਹੁਣ ਇਸ ਟਾਈਮ ਤੇ ਵਰਤੇ ਜਾਂਦੇ ਹਨ, ਜਿਹੜੇ ਹੁਣ ਵਰਤੇ ਜਾ ਰਹੇ ਹਨ, ਉਹਨਾਂ ਨੂੰ ਕਹਿੰਦੇ ਆ ਡਿਵੈਲਪਡ ਰਿਸੋਰਸਿਸ। ਔਨ ਦਾ ਅਦਰ ਹੈਂਡ ਦ ਰਿਸੋਰਸਿਸ ਵਿਚ ਆਰ ਅਵੇਲੇਬਲ but are not being used or can be used in the future are as called potential sources। और sources ਜਿਹੜੇ ਅਵੇਲੇਬਲ ਤਾਂ ਹਨ ਪਰ ਉਹ ਹਲੇ ਯੂਜ਼ ਦੇ ਵਿੱਚ ਨਹੀਂ ਲਿਆਂਦੇ ਗਏ, ਕਿਉਂਕਿ ਲਿਮਿਟਿਡ ਨੌਲੇਜ ਦਾ ਲਿਮਿਟਿਡ ਟੈਕਨੋਲੋਜੀ ਦੇ ਕਾਰਨ। ਪਰ ਫਿਊਚਰ ਦੇ ਵਿੱਚ ਜਿਵੇਂ ਜਿਵੇਂ ਜੋ ਟੈਕਨੋਲੋਜੀ ਹੈ ਉਹ ਡਿਵੈਲਪ ਕਰੇਗੀ, ਨੌਲੇਜ ਸਾਨੂੰ ਉਹਨਾਂ ਬਾਰੇ ਹੋਰ ਜ਼ਿਆਦਾ ਵਧੇਗੀ, ਤਾਂ ਉਹ ਜਿਹੜੇ ਐਸੇ ਰਿਸੋਰਸਿਸ ਆ ਉਹ ਪੋਟੈਂਸ਼ੀਅਲ ਰਿਸੋਰਸਿਸ ਦੀ ਕੈਟੇਗਰੀ ਦੇ ਵਿੱਚ ਆਉਂਦੇ ਆ। ਦ ਰਿਵਰਸ ਡਿਸੈਂਡਿੰਗ ਦ ਮਾਊਂਟੇਨਸ ਕੈਨ ਬੀ ਯੂਜ਼ਡ ਟੂ ਪ੍ਰੋਡਿਊਸ ਇਲੈਕਟ੍ਰਿਸਿਟੀ ਆਰ included in the category of potential sources। When the water of the rivers is used to produce the electricity, then the water is known as developed sources। ਜਿਵੇਂ ਕਿਸੇ ਨਦੀ ਦੇ ਉੱਪਰ ਆਪਾਂ ਡੈਮ ਬਣਾ ਲਈਏ ਤੇ ਉਹਦੇ ਜੋ ਵਾਟਰ ਹੈ ਉਹਨੂੰ ਆਪਾਂ ਵਰਤੋਂ ਦੇ ਵਿੱਚ ਲੈ ਆਈਏ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨ ਦੇ ਲਈ, ਤਾਂ ਉਹਨੂੰ ਆਪਾਂ ਇੱਕ ਡਿਵੈਲਪਡ ਸੋਰਸ ਕਵਾਂਗੇ। ਤੇ ਜੇ ਆਪਣੇ ਕੋਲ ਨਦੀਆਂ ਹਨ ਪਰ ਆਪਾਂ ਉਹਨਾਂ ਨੂੰ ਹਲੇ ਯੂਜ਼ ਨਹੀਂ ਕੀਤਾ, ਤਾਂ ਆਪਾਂ ਉਹਨਾਂ ਨੂੰ ਪੋਟੈਂਸ਼ੀਅਲ ਸੋਰਸ ਕਵਾਂਗੇ। ਦ ਕੋਲ ਲਾਈਂਗ underneath the earth is a potential source, whereas the coal which is being used is considered as developed source। ਜਿਹੜਾ ਕੋਲ ਅਰਥ ਦੇ ਅੰਡਰ ਥੱਲੇ ਲਾਈ ਕਰ ਰਿਹਾ ਹੈ, ਉਹਦੇ ਬਾਰੇ ਸਾਨੂੰ ਹਲੇ ਨੌਲੇਜ ਨਹੀਂ ਹੈ, ਤਾਂ ਉਹਨੂੰ ਆਪਾਂ ਪੋਟੈਂਸ਼ੀਅਲ ਸੋਰਸ ਦੇ ਵਿੱਚ ਰੱਖ ਸਕਦੇ ਹਾਂ। ਪਰ ਜਿਹੜਾ ਕੋਲ ਆਪਾਂ ਯੂਜ਼ ਕਰ ਰਹੇ ਹਾਂ, ਜਿਨ੍ਹਾਂ ਦੇ ਸਰਵਿਸ ਹੋ ਚੁੱਕੇ ਹਨ, ਉਹ ਜਿਹੜਾ ਕੋਲ ਹੈ ਜਿੰਨਾ ਵੀ ਉਹ ਡਿਵੈਲਪਡ ਸੋਰਸ ਦੇ ਵਿੱਚ ਆਉਂਦਾ ਹੈ। ਸੋ ਜੇ ਆਪਾਂ ਡਿਵੈਲਪ ਤੇ ਪੋਟੈਂਸ਼ੀਅਲ ਸੋਰਸਿਸ ਨੂੰ ਇੱਕ ਹੋਰ ਦੂਜੇ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਮੈਂ ਉਹ ਤੁਹਾਨੂੰ ਇੱਕ ਪ੍ਰੈਜੈਂਟੇਸ਼ਨ ਦੇ ਥਰੂ ਸਮਝਾਉਣਾ। ਉਹਦੇ ਵਿੱਚ ਇੱਕ ਛੋਟੀ ਜਿਹੀ ਵੀਡੀਓ ਹੋਏਗੀ। ਸੋ ਲੈਟਸ ਸਟਾਰਟ। ਡਿਵੈਲਪਡ ਸੋਰਸਿਸ। ਸੋ ਇਹਦੀਆਂ ਐਗਜ਼ਾਮਪਲਸ ਹਨ ਕੋਲ, ਵਿੰਡ ਐਨਰਜੀ, ਸੋਲਰ ਐਨਰਜੀ। ਕਿਉਂਕਿ ਇਹਦੀ ਸਾਡੇ ਕੋਲ ਪੂਰੀ ਐਪਰੋਪਰੀਏਟ ਟੈਕਨੋਲੋਜੀ ਡਿਵੈਲਪ ਹੋ ਚੁੱਕੀ ਆ। ਅੱਜ ਤੋਂ 200 ਸਾਲ, ਤਕਰੀਬਨ 200 ਸਾਲ ਪਹਿਲਾਂ ਵਿੰਡ ਐਨਰਜੀ ਜੋ ਸੀਗੀ ਉਹ ਪੋਟੈਂਸ਼ੀਅਲ ਸੋਰਸ ਸੀਗੀ। ਸੋ ਹੁਣ ਵਿੰਡ ਫਾਰਮਸ ਡਿਵੈਲਪ ਹੋ ਚੁੱਕੇ ਹਨ ਐਂਡ ਇਹ ਸਿਗਨੀਫਿਕੈਂਟ ਚੰਕ ਆਫ ਐਨਰਜੀ ਜਿਹੜੀ ਆ ਵਿੰਡ ਐਨਰਜੀ ਦੇ ਥਰੂ ਡਰਾਈਵ ਕੀਤੀ ਜਾ ਰਹੀ ਹੈ। ਸੇਮ ਇਜ਼ ਅ ਸੋਲਰ ਐਨਰਜੀ, ਕਿਉਂਕਿ ਜਿਹੜੇ ਤੁਸੀਂ ਪੈਨਲਸ ਦੇਖੇ ਹੋਣੇ ਘਰਾਂ ਦੇ ਉੱਪਰ ਲੱਗੇ ਹੁੰਦੇ ਆ, ਸੋ ਉਹ ਸੋਲਰ ਐਨਰਜੀ ਆ ਜਾਂਦੀ ਆ। ਸੋ ਪੋਟੈਂਸ਼ੀਅਲ ਸੋਰਸਿਸ ਕੀ ਹੋ ਸਕਦੇ ਹਨ? ਸੋ ਐਗਜ਼ਾਮਪਲ ਕੀ ਆ? ਹਾਈਡਰੋਜਨ ਫਿਊਲ। ਸੋ ਇਹਦੀ ਇੱਕ ਐਗਜ਼ਾਮਪਲ ਹੈ, ਟਾਟਾ ਮੋਟਰਸ ਨੇ ਇੱਕ ਬੱਸ ਤਿਆਰ ਕੀਤੀ ਹੈ ਜਿਹੜੀ ਹਾਈਡਰੋਜਨ ਸੈੱਲ ਦੇ ਨਾਲ ਚੱਲਦੀ ਹੈ, ਤੇ ਉਹਦੇ ਵਿੱਚ ਜੋ ਫਿਊਲ ਹੈ ਉਹ ਜਸਟ ਹਾਈਡਰੋਜਨ ਪੈਂਦਾ। ਸੋ ਜੋ ਇਹਦੀ ਐਮਿਸ਼ਨਸ ਹੁੰਦੀਆਂ ਹਨ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਧੂੰਆਂ ਜੋ ਇਹਦਾ ਨਿਕਲਦਾ ਹੈ, ਆਮ ਜਿਸ ਤਰ੍ਹਾਂ ਪੋਲਿਊਸ਼ਨ ਕ੍ਰੀਏਟ ਕਰਦੀ ਹਨ ਵਹੀਕਲਸ, ਸੋ ਇਹਦੇ ਵਿੱਚੋਂ ਜੋ ਐਮਿਸ਼ਨ ਹੁੰਦੀ ਹੈ ਉਹ ਜਸਟ ਵਾਟਰ ਵੇਪਰਸ ਦੀ ਹੁੰਦੀ ਹੈ। ਸੋ ਇਹ ਦੀ ਨੋਇਸਲੈਸ ਵੀ ਹੈ ਤੇ ਜੋ ਐਮਿਸ਼ਨ ਹੈ ਉਹ ਵਾਟਰ ਦੀ ਹੈ। ਸੋ ਇਨਵਾਇਰਨਮੈਂਟ ਦੇ ਉੱਪਰ ਵੀ ਇਹਦਾ ਕੋਈ ਵੀ ਇਫੈਕਟ ਨਹੀਂ ਪਏਗਾ। ਇਮੈਜਿਨ ਕਰੋ ਜੇ ਆਪਣੀ ਜਿੰਨੀਆਂ ਵੀ ਕਾਰਸ, ਬੱਸਿਸ, ਜਿੰਨੇ ਵੀ ਵਹੀਕਲਸ ਹਨ ਟਰਾਂਸਪੋਰਟੇਸ਼ਨ ਦੇ ਲਈ ਆਪਾਂ ਜਿਹਨਾਂ ਨੂੰ ਯੂਜ਼ ਕਰਦੇ ਹਾਂ, ਜੇ ਉਹ ਸਭ ਦੇ ਵਿੱਚ ਹਾਈਡਰੋਜਨ ਐਜ਼ ਅ ਫਿਊਲ ਯੂਜ਼ ਹੋਣ ਲੱਗ ਜਾਵੇ, ਤਾਂ ਉਹਨਾਂ ਦੀਆਂ ਐਮਿਸ਼ਨਸ ਬਿਲਕੁਲ ਜ਼ੀਰੋ ਹੋਣਗੀਆਂ। ਇਨ ਫਿਊਚਰ ਦੇ ਵਿੱਚ ਤਾਂ ਇਹ ਹੋਣ ਵਾਲਾ ਹੈ। ਉਹਨਾਂ ਦੀਆਂ ਜੋ ਐਮਿਸ਼ਨਸ ਹਨ ਜ਼ੀਰੋ, ਸਿਰਫ ਜੇ ਐਮਿਸ਼ਨ ਜੋ ਵੀ ਹੋਏਗਾ ਉਹ H2O ਹੋਏਗਾ। ਸੋ ਪੋਲਿਊਸ਼ਨ ਕਿੰਨਾ ਘੱਟ ਸਕਦਾ ਹੈ। ਐਂਡ ਸਭ ਤੋਂ ਜਿਹੜੀ ਮੇਨ ਗੱਲ ਹੈ, ਜੋ ਇਹ ਹਾਈਡਰੋਜਨ ਹੈ, ਹਾਈਡਰੋਜਨ ਯੂਨੀਵਰਸ ਦੇ ਵਿੱਚ ਅਬੰਡੈਂਟਲੀ ਅਵੇਲੇਬਲ ਆ। ਤੁਸੀਂ ਕਲਾਸਿਸ ਦੇ ਵਿੱਚ ਪੜ੍ਹਿਆ ਵੀ ਹੋਣਾ ਵਾ, ਲੋਅਰ ਕਲਾਸਿਸ ਦੇ ਵਿੱਚ, ਇਲੈਕਟ੍ਰੋਲਾਈਸਿਸ ਦੇ ਪ੍ਰੋਸੈਸ ਦੇ ਨਾਲ ਅਸੀਂ ਇਹਨੂੰ ਐਕਸਟਰੈਕਟ ਕਰ ਸਕਦੇ ਹਾਂ ਪਾਣੀ ਦੇ ਵਿੱਚੋਂ ਵੀ। ਐਂਡ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਰਥ ਦਾ ਇੱਕ ਬਿਗ ਪਾਰਟ ਪਾਣੀ ਦੇ ਨਾਲ ਭਰਿਆ ਹੈ, ਜਿਵੇਂ ਕਿ ਓਸ਼ੀਅਨਸ ਐਂਡ ਸੀਜ਼। ਅਬੰਡੈਂਟ ਤਾਂ ਹੈ ਹੀ ਹੈ। ਅਬੰਡੈਂਟ 75% ਆਫ ਦਾ ਯੂਨੀਵਰਸ
ਨੀਅਰਲੀ 75% ਯੂਨੀਵਰਸ ਦੇ ਵਿੱਚ ਹਾਈਡਰੋਜਨ ਹੈ। ਐਂਡ ਜੋ ਇਲੈਕਟ੍ਰੋਲਾਈਸਿਸ ਦਾ ਪ੍ਰੋਸੈਸ ਵੈਰੀ ਸਿੰਪਲ ਪ੍ਰੋਸੈਸ ਆ, ਇਹਦੇ ਨਾਲ ਅਸੀਂ ਇਹਨੂੰ ਐਕਸਟਰੈਕਟ ਕਰ ਸਕਦੇ ਹਾਂ। ਐਫੀਸ਼ੀਐਂਸ ਜਿਹੜੇ ਹਾਈਡਰੋਜਨ ਦੇ ਸੈੱਲ ਦੇ ਨਾਲ ਇੰਜਨਸ ਹਨ ਉਹਨਾਂ ਦੀ ਐਫੀਸ਼ੀਐਂਸੀ ਵੀ ਜੋ ਕਨਵੈਨਸ਼ਨਲ ਇੰਜਨਸ ਹਨ ਉਹਨਾਂ ਤੋਂ ਕਾਫੀ ਜ਼ਿਆਦਾ ਹੈ। ਸੋ ਹੁਣ ਇੱਕ ਛੋਟੀ ਜਿਹੀ ਅਸੀਂ ਵੀਡੀਓ ਦੇਖਾਂਗੇ ਜਿਸ ਦੇ ਵਿੱਚ ਹਾਈਡਰੋਜਨ ਫਿਊਲ ਸੈੱਲ ਜਾਂ ਹਾਈਡਰੋਜਨ ਇੰਜਨ ਵਰਕ ਕਿਸ ਤਰ੍ਹਾਂ ਕਰਦਾ ਹੈ ਉਹਦੀ ਇੱਕ ਡੈਮੋਸਟ੍ਰੇਸ਼ਨ ਹੈ, ਕਿਉਂਕਿ ਇਹ ਨਵਾਂ ਕੰਸੈਪਟ ਹੈ। ਸੋ ਇਹਨੂੰ ਸਮਝਾਉਣ ਦੇ ਲਈ ਜਸਟ ਛੋਟੀ ਜਿਹੀ ਵੀਡੀਓ ਹੈ, ਜਸਟ ਉਹਨੂੰ ਟਰਾਈ ਕਰੋ ਅੰਡਰਸਟੈਂਡ ਕਰਨ ਦਾ। The future will see a huge rise in the range of applications for hydrogen. The energy it provides can now be used on the road via a fuel cell system. Each fuel cell consists of two plates separated by a membrane. Oxygen from ambient air is supplied to one side with hydrogen on the other. The positive particles of the hydrogen atoms are able to pass through this membrane. The negative particles cannot pass through. However, atoms need an equalizing charge. To achieve this, the electrons must change path, and this creates an electrical current. The end products from the chemical reaction are power for the drivetrain and H2O, that is, pure water. This is the only emission produced by this mini power station. ਸੋ ਹੋਪ ਤੁਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੋਏਗੀ। ਸੋ ਜੋ ਹਾਈਡਰੋਜਨ ਹੈ ਇਸ ਨੂੰ ਅਸੀਂ ਐਜ਼ ਅ ਪੋਟੈਂਸ਼ੀਅਲ ਸੋਰਸ ਲੈ ਕੇ ਚੱਲ ਸਕਦੇ ਹਾਂ, ਕਿਉਂਕਿ ਇਹ ਅਬੰਡੈਂਟ ਮਾਤਰਾ ਦੇ ਵਿੱਚ ਮੌਜੂਦ ਹੈ। ਇਸ ਨੂੰ ਆਪਾਂ ਐਕਸਟਰੈਕਟ ਕਰ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ, ਅਤੇ ਜੋ ਇਹਦੇ ਰਿਜ਼ਲਟਸ ਹਨ ਉਹ ਵੀ ਕਾਫੀ ਐਫੀਸ਼ੀਐਂਟ ਤਰੀਕੇ ਦੇ ਨਾਲ ਜੋ ਇੰਜਨਸ ਆ ਉਹ ਚੱਲਦੇ ਹਨ। ਸੋ ਲੈਟਸ ਬੈਕ ਟੂ ਦਾ ਚੈਪਟਰ। ਸੋ ਹੋਪ ਕਿ ਤੁਸੀਂ ਡਿਵੈਲਪ ਐਂਡ ਪੋਟੈਂਸ਼ੀਅਲ ਰਿਸੋਰਸਿਸ ਦੇ ਵਿੱਚ ਡਿਫਰੈਂਸ ਨੂੰ ਸਮਝ ਗਏ ਹੋਗੇ। ਸੋ ਨਾਓ ਮੂਵਿੰਗ ਟੂ ਦਾ ਨੈਕਸਟ ਟੋਪਿਕ ਦੈਟ ਇਜ਼ exhaustible and inexhaustible resources. Now exhaustible ਤੇ inexhaustible ਦਾ ਮਤਲਬ ਕੀ ਹੈ? exhaustible ਦਾ ਮਤਲਬ ਹੈ ਕਿ ਜਿਹੜੇ ਜੇ ਆਪਾਂ ਉਹਨਾਂ ਦਾ ਯੂਜ਼ ਕਰੀ ਜਾਈਏ ਤਾਂ ਉਹ ਖਤਮ ਹੋ ਜਾਣਗੇ। inexhaustible ਦਾ ਮਤਲਬ ਕਿ ਇਹ ਖਤਮ ਨਹੀਂ ਹੋਣਗੇ ਕਿਉਂਕਿ ਇਹ ਬਹੁਤ abundant ਮਾਤਰਾ ਦੇ ਵਿੱਚ ਮੌਜੂਦ ਹਨ। So the resources which are being depleted very fast because of their continuous and excess use are called exhaustible resources. और resources ਜਿਹੜੇ ਖਤਮ ਹੋ ਰਹੇ ਹਨ ਬਹੁਤ ਤੇਜ਼ੀ ਦੇ ਨਾਲ ਕਿਉਂਕਿ ਉਹਨਾਂ ਨੂੰ ਆਪਾਂ ਕੰਟੀਨਿਊਸ ਲਗਾਤਾਰ ਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉਹਨਾਂ ਦਾ ਯੂਜ਼ ਕਰ ਰਹੇ ਹਾਂ, ਉਹਨਾਂ ਨੂੰ ਆਪਾਂ exhaustible resources ਦੀ ਕੈਟਾਗਰੀ ਦੇ ਵਿੱਚ ਲੈ ਕੇ ਆਏ ਹਾਂ। ਸੋ ਐਗਜ਼ਾਮਪਲਸ ਹਨ ਜਿਵੇਂ ਕਿ ਪੈਟਰੋਲੀਅਮ ਪ੍ਰੋਡਕਟਸ ਆਰ ਬੀਇੰਗ ਯੂਜ਼ਡ ਵੈਰੀ ਫਾਸਟ। ਜਿਹੜੇ ਪੈਟਰੋਲੀਅਮ ਪ੍ਰੋਡਕਟਸ ਹਨ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਯੂਜ਼ ਕੀਤਾ ਜਾ ਰਿਹਾ ਹੈ। ਸੋ ਇਨ ਦਾ ਨੀਅਰ ਫਿਊਚਰ these can be exhaust. The time is not very far when there will be shortage or non-existence of these resources. ਕਹਿੰਦੇ ਆ ਵੀ ਉਹ ਟਾਈਮ ਦੂਰ ਨਹੀਂ ਹੈ ਜਦੋਂ ਇਹਨਾਂ ਰਿਸੋਰਸਿਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੋ ਜਾਏਗੀ ਜਾਂ ਇਹ ਐਗਜ਼ਿਸਟ ਕਰਨਗੇ ਹੀ ਨਹੀਂ। Therefore the exhaustible resources should be used wisely and carefully. ਸੋ ਜਿਹੜੇ exhaustible resources ਆ ਇਹਨਾਂ ਨੂੰ ਬਹੁਤ ਹੀ ਵਾਈਜ਼ਲੀ ਤੇ ਕੇਅਰਫੁਲੀ ਯੂਜ਼ ਕਰਨਾ ਚਾਹੀਦਾ ਹੈ। ਤਾਂ ਹੀ ਜੋ ਸ਼ਿਫਟ ਹੈ ਇੱਕ ਸ਼ਿਫਟ ਦੇ ਲਈ ਸਾਇੰਟਿਸਟ ਟਰਾਈ ਕਰ ਰਹੇ ਹਨ, ਜਿਵੇਂ ਕਿ ਤੁਹਾਨੂੰ ਮੈਂ ਹੁਣੇ ਪਹਿਲਾਂ ਦੱਸਿਆ ਇੱਕ ਹਾਈਡਰੋਜਨ ਫਿਊਲ ਸੈੱਲ, ਕਿਉਂਕਿ ਹਾਈਡਰੋਜਨ ਬਹੁਤ ਹੀ ਅਬੰਡੈਂਸ ਦੇ ਵਿੱਚ ਆਪਣੇ ਐਨਵਾਇਰਨਮੈਂਟ ਦੇ ਵਿੱਚ ਮੌਜੂਦ ਹੈ। ਸੋ ਜੇ ਆਪਣੇ ਵਹੀਕਲਸ ਨੂੰ ਆਪਾਂ ਸ਼ਿਫਟ ਕਰ ਦਈਏ ਹਾਈਡਰੋਜਨ ਫਿਊਲ ਸੈਲਸ ਦੇ ਉੱਪਰ ਤਾਂ ਜੋ ਪੈਟਰੋਲੀਅਮ ਦੇ ਵਹੀਕਲਸ ਹਨ ਉਹਨਾਂ ਨੂੰ ਆਪਾਂ ਘੱਟ ਕਰ ਸਕਦੇ ਹਾਂ ਜਾਂ ਖਤਮ ਕਰ ਸਕਦੇ ਹਾਂ ਤੇ ਜੋ ਪੈਟਰੋਲੀਅਮ ਦਾ ਯੂਜ਼ਸ ਆ ਉਹ ਬਹੁਤ ਹੀ ਘੱਟ ਹੋ ਜਾਏਗਾ। ਸੋ we can conserve these products. So next topic is soil and land resources. ਜਿਹੜੀ ਰਿਸੋਰਸਿਸ ਦੀ ਕੈਟੇਗਰਾਈਜੇਸ਼ਨ ਹੈ ਹੁਣ ਇਹਦੇ ਵਿੱਚ ਕੀ ਆ ਗਿਆ soil resource and land resource. ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ soil ਧਰਤੀ ਜਿਹਦੀ ਮਿੱਟੀ ਹੈ ਉਹਦੀ ਉਹ ਸਤ੍ਹਾ ਹੁੰਦੀ ਹੈ ਜਿਹਨੂੰ ਮਿੱਟੀ ਕਹਿੰਦੇ ਆਪਾਂ ਜਿਹਦੇ ਵਿੱਚ ਪੌਦੇ ਉੱਗ ਸਕਦੇ ਹਨ। ਲੈਂਡ ਕੀ ਹੁੰਦਾ ਇਹ ਜਗ੍ਹਾ ਹੁੰਦੀ ਹੈ ਜਿਹਦੇ ਵਿੱਚ ਕਿ
ਮਿਨਰਲਸ, ਮਾਊਂਟੇਨਸ, ਲੇਕ, ਸਟਰੀਮ, ਸੀਜ਼, ਫੀਲਡਸ, ਫੋਰੈਸਟ, ਸਾਰਾ ਕੁਝ, ਇਨਵਾਇਰਨਮੈਂਟ, ਕਲਾਈਮੇਟ, ਇਹ ਸਾਰਾ ਕੁਝ ਲੈਂਡ ਦੇ ਵਿੱਚ ਇਨਕਲੂਡ ਹੁੰਦਾ ਹੈ। ਸੋ ਜਸਟ we will read some lines on the difference between soil and land. So let's read them. Land is the solid part of Earth's surface. जो land है वो Earth surface का solid part होंदी है और land is home to many unique plants and animals. ਜਿਹੜੀ land है साडी ਉਹ ਘਰ ਹੁੰਦੀ ਹੈ many unique plants ਦਾ, ਅਨੋਖੇ plants ਤੇ animals ਦਾ। The term land includes ਜਿਹੜੀ land term ਹੈ ਜਿਹਨੂੰ ਆਪਾਂ land use ਕਰਦੇ ਹਾਂ land term, ਉਹਦੇ ਵਿੱਚ ਕੀ include ਹੁੰਦਾ ਹੈ? All physical elements in the wealth of nation bestowed by the nature such as climate, environment, fields, forests, minerals, mountains, lakes, streams, seas and animals. To use our land wisely we have to understand soil. So land ਤਾਂ ਇਹ ਸੀਗੀ, land ਨੂੰ wisely use ਕਰਨ ਦੇ ਲਈ ਸਾਨੂੰ soil ਨੂੰ understand ਕਰਨਾ ਬਹੁਤ ਜ਼ਰੂਰੀ ਹੈ। So soil ਦੇ ਬਾਰੇ ਪੜ੍ਹਦੇ ਹਾਂ। Soil is material in the top layer of the surface of the earth in which plants can grow. Soil ਉਹ ਮਟੀਰੀਅਲ ਹੈ ਜਿਹੜਾ ਅਰਥ ਦੀ ਟੌਪ ਲੇਅਰ ਦੇ ਉੱਪਰ ਮਿਲਦਾ ਹੈ ਜਿਸ ਦੇ ਵਿੱਚ ਪਲਾਂਟਸ ਗਰੋ ਕਰ ਸਕਦੇ। ਔਰ ਸੋਇਲ ਇਜ਼ ਨਾਨ ਰੀਨਿਊਏਬਲ ਸੋਰਸ। ਜਿਹੜੀ ਸੋਇਲ ਹੈ ਇਹ ਨਾਨ ਰੀਨਿਊਏਬਲ ਸੋਰਸ ਆ, ਕਿਉਂਕਿ ਇੱਕ ਵਾਰੀ ਇਹਨੂੰ ਡੀਗ੍ਰੇਡ ਕਰ ਦਈਏ ਤਾਂ ਇਸ ਨੂੰ ਦੁਬਾਰਾ ਉਪਜਾਊ ਜਾਂ ਫਰਟਾਈਲ ਬਣਾਉਣ ਦੇ ਲਈ ਬਹੁਤ ਟਾਈਮ ਲੱਗਦਾ, ਕਈ ਵਾਰ ਇਹ ਬਣਦੀ ਵੀ ਨਹੀਂ ਵੀ ਬਣਦੀ ਜ਼ਿਆਦਾਤਰ। ਇਟ ਟੇਕਸ ਏਜਿਸ ਫॉर ਰੌਕਸ ਟੂ ਵੈਦਰ ਇਨਟੂ ਸੋਇਲ ਐਂਡ ਰਿਚ ਆਰਗੈਨਿਕ ਮੈਟਰ ਟੂ ਬਿਲਡ ਅਪ। ਏਜਿਸ ਲੱਗ ਜਾਂਦੀਆਂ ਵਾ ਇੱਕ ਰੌਕ ਨੂੰ, ਸੋਇਲ ਨੂੰ ਏਜਿਸ ਲੱਗ ਜਾਂਦੀਆਂ ਰਿਚ ਆਰਗੈਨਿਕ ਮੈਟਰ ਦੇ ਵਿੱਚ ਬਣਾਉਣ ਦੇ ਲਈ। ਓਵਰ ਵੈਲਫੇਅਰ ਡਿਪੈਂਡਸ ਟੂ ਅ ਲਾਰਜ ਐਕਸਟੈਂਟ ਔਨ ਓਵਰ ਸੋਇਲ ਐਂਡ ਕਲਾਈਮੇਟ। ਸੋ ਸਾਡਾ ਵੈਲਫੇਅਰ ਸਾਡੀ ਸੋਇਲ ਤੇ ਕਲਾਈਮੇਟ ਦੇ ਉੱਪਰ ਬਹੁਤ ਲਾਰਜ ਐਕਸਟੈਂਟ ਤੱਕ ਡਿਪੈਂਡ ਕਰਦਾ। Entire civilizations can rise and fall depending on the soil, on their soil quality. Entire civilization can rise ਕਰ ਸਕਦੀਆਂ ਤੇ fall ਵੀ ਕਰ ਸਕਦੀਆਂ, ਸਿਰਫ ਕਾਹਦੇ ਉੱਪਰ ਡਿਪੈਂਡ ਕਰਦੀਆਂ? ਉਹਨਾਂ ਦੀ ਸੋਇਲ ਦੀ ਕੁਆਲਿਟੀ ਦੇ ਉੱਪਰ, ਕਿਉਂਕਿ ਜੇ ਉਹਨਾਂ ਕੋਲ ਗੁੱਡ ਸੋਇਲ ਹੋਏਗੀ ਤੇ ਉਹਨਾਂ ਹੀ ਗੁੱਡ ਕੁਆਲਿਟੀ ਦੀ ਜਿਸ ਤਰ੍ਹਾਂ ਫੂਡਸ ਗਰੋ ਕਰ ਸਕਦੇ ਹਨ। ਸੋ ਉਸ ਸੋਇਲ ਨੂੰ ਯੂਜ਼ ਕਰ ਸਕਦੇ ਹਨ ਉਹਨਾਂ ਦੇ ਬੈਨੀਫਿਟ ਦੇ ਲਈ। So this is a picture of soil profiling. So ਜੋ uppermost layers ਹੁੰਦੀਆਂ ਹਨ ਸਾਡੀ ਅਰਥ ਦੀਆਂ, ਉਹਨਾਂ ਨੂੰ ਆਪਾਂ soil ਕਹਿੰਦੇ ਹਨ। ਤੁਸੀਂ ਦੇਖ ਸਕਦੇ ਹੋ ਜੋ ਸਭ ਤੋਂ uppermost ਉਹ ਹੋਰੀਜ਼ੋਨ ਹੈ ਜਿਹਦੇ ਵਿੱਚ ਪਲਾਂਟਸ ਗਰੋ ਕਰਦੇ ਹਨ, ਇਹਦੀਆਂ ਰੂਟਸ ਤੇ ਜੋ ਨੈਕਸਟ ਇਹ ਹੋਰੀਜ਼ੋਨ, ਇਹ ਜਿਹੜੇ ਪਾਰਟਸ ਹਨ ਇਹ ਬਣਾਉਂਦੇ ਹਨ soil। ਨੀਚੇ ਜੋ ਸਭ ਤੋਂ ਹੁੰਦੀ ਹੈ ਰੌਕ ਜਿਸ ਦੀ soil ਬਣਦੀ ਹੈ। ਸੋ ਇਸ ਰੌਕ ਨੂੰ ਵੈਦਰ ਹੋਣ ਦੇ ਵਿੱਚ, ਵੈਦਰ ਮਤਲਬ ਟੁੱਟਣ ਭੱਜਣ ਦੇ ਵਿੱਚ ਜਾਂ ਸੋਇਲ ਬਣਨ ਦੇ ਵਿੱਚ ਕਈ ਸਾਲ ਲੱਗ ਜਾਂਦੇ ਹਨ। ਤੇ ਜਦੋਂ ਅਪਰ ਮੋਸਟ ਲੇਅਰ ਜੋ ਹੈ ਉਹ ਸਭ ਤੋਂ ਫਰਟਾਈਲ ਲੇਅਰ ਮੰਨੀ ਜਾਂਦੀ ਹੈ ਅਰਥ ਦੀ, ਜਿਹਨੂੰ ਆਪਾਂ ਸੋਇਲ ਬੋਲਦੇ ਹਾਂ। ਇਸ ਦੇ ਵਿੱਚ ਹੀ ਪਲਾਂਟਸ ਗਰੋ ਕਰ ਜਾਂਦੇ ਹਨ। ਜਦੋਂ ਆਪਾਂ ਇਸ ਨੂੰ ਰਿਮੂਵ ਕਰ ਦਿੰਦੇ ਹਾਂ ਤਾਂ ਜੋ ਨੀਚੇ ਵਾਲੀ ਸੋਇਲ ਆਉਂਦੀ ਹੈ ਉਹ ਹਾਰਡ ਸੋਇਲ ਹੁੰਦੀ ਹੈ, ਉਹ ਇੰਨੀ ਉਪਜਾਊ ਵੀ ਨਹੀਂ ਹੁੰਦੀ। ਜਿਵੇਂ ਕਿ ਆਪਾਂ ਇੱਥੇ ਲੋਕਲੀ ਐਗਜ਼ਾਮਪਲਸ ਦੇਖਦੇ ਹਾਂ, ਜਿਹੜੇ ਬ੍ਰਿਕ ਮੈਨੂਫੈਕਚਰਰਸ ਹਨ ਉਹ ਅਰਥ ਨੂੰ ਡਗ ਕਰ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਸੋਇਲ ਚਾਹੀਦੀ ਹੁੰਦੀ ਹੈ ਬ੍ਰਿਕਸ ਮੈਨੂਫੈਕਚਰ ਕਰਨ ਦੇ ਲਈ। ਸੋ ਜਦੋਂ ਬ੍ਰਿਕ ਮੈਨੂਫੈਕਚਰ ਕਰਨ ਦੇ ਲਈ ਅਰਥ ਜਿਹੜੀ ਆਪਣੀ ਸੋਇਲ ਆ ਉਸ ਨੂੰ ਉੱਪਰ ਵਾਲੀ ਜਿਹੜੀ ਵਧੀਆ ਸੋਇਲ ਆ ਡਗ ਕਰਕੇ ਲੈ ਜਾਂਦੇ ਹਨ, ਤੇ ਜੋ ਨੀਚੇ ਬਚਦੀ ਹੈ ਉਹ ਸੋਇਲ ਇੰਨੀ ਉਪਜਾਊ ਨਹੀਂ ਬਚਦੀ। ਸੋ ਸੋਇਲ ਨੂੰ ਡੀਗ੍ਰੇਡ ਕਰਨ ਦੇ ਵਿੱਚ ਇਹ ਅਹਿਮ ਰੋਲ ਨਿਭਾਉਂਦੀਆਂ ਹਨ ਕਿਉਂਕਿ ਉਸ ਦੇ ਨਾਲ ਸੋਇਲ ਡੀਗ੍ਰੇਡ ਹੁੰਦੀ ਹੈ। ਸੋ ਨੈਕਸਟ ਸੋਇਲ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰਕੇ ਸੋਇਲ ਡੀਗ੍ਰੇਡ ਹੁੰਦੀ ਹੈ, ਜਿਵੇਂ ਕਿ ਡੰਪਿੰਗ ਆਫ ਇੰਡਸਟਰੀਅਲ ਵੇਸਟ, ਮਤਲਬ ਜਿਹੜਾ ਇੰਡਸਟਰੀਅਲ ਵੇਸਟ ਹੈ ਉਹਨੂੰ ਸੋਇਲ ਦੇ ਵਿੱਚ ਡੰਪ ਕਰਨ ਦੇ ਨਾਲ ਸੋਇਲ ਦੀ ਕੁਆਲਿਟੀ ਡੀਗ੍ਰੇਡ ਹੋ ਜਾਂਦੀ ਹੈ। ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰਸ ਐਂਡ ਪੈਸਟੀਸਾਈਡਸ, ਜੋ ਹੁਣ ਜਿਵੇਂ ਕਿ ਫਾਰਮਰਸ ਯੂਜ਼ ਕਰਦੇ ਹਨ ਫਰਟੀਲਾਈਜ਼ਰਸ ਐਂਡ ਪੈਸਟੀਸਾਈਡ ਇਨ ਐਕਸੈਸਿਵ ਕੁਆਂਟੀਟੀਜ਼, ਲੋੜ ਤੋਂ ਵੱਧ ਕੁਆਂਟਿਟੀ ਦੇ ਵਿੱਚ ਆਪਾਂ ਜਦੋਂ ਯੂਜ਼ ਕਰੀਦਾ ਵਾ ਇਨ ਗਰੀਡ ਦੇ ਵਿੱਚ ਆ ਕੇ ਕਿ ਅਸੀਂ ਜੋ ਆਊਟਪੁੱਟ ਹੈ ਉਹ ਵੱਧ ਤੋਂ ਵੱਧ ਲਈਏ, ਤਾਂ ਵੀ ਜੋ ਸੋਇਲ ਦੀ
ਕੁਆਲਿਟੀ ਹੈ ਉਹ ਡੀਗ੍ਰੇਡ ਹੋ ਜਾਂਦੀ ਹੈ। ਹੋਰ ਕੀ ਹੈ, ਡਿਫੋਰੈਸਟੇਸ਼ਨ ਜਦੋਂ ਅਸੀਂ ਉੱਪਰੋਂ ਟਰੀਜ਼ ਵਗੈਰਾ ਦੀ ਕਟਿੰਗ ਕਰ ਦਿੰਦੇ ਹਾਂ ਤਾਂ ਜਿਹੜੀ ਸੋਇਲ ਹੈ ਉਹ ਲੂਜ਼ ਹੋ ਜਾਂਦੀ ਹੈ। ਜਿਵੇਂ ਹੁਣ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਟਰੀ ਦਾ ਟਰੰਕ ਦਿਖ ਰਿਹਾ ਹੈ ਤੇ ਇੱਕ ਟਰੀ ਦੀਆਂ ਰੂਟਸ ਦਿਖ ਰਹੀਆਂ ਹਨ। ਜਦੋਂ ਇਹ ਰੂਟਸ ਬਾਈਂਡ ਕਰਕੇ ਰੱਖਦੀਆਂ ਹਨ ਸੋਇਲ ਨੂੰ, ਤੇ ਜਦੋਂ ਅਸੀਂ ਇਸ ਟਰੀ ਨੂੰ ਇੱਥੋਂ ਉਖਾੜ ਦਈਏ ਜਾਂ ਕੱਟ ਦਈਏ ਤਾਂ ਇਹ ਜੋ ਰੂਟਸ ਹਨ ਇਹ ਡੈੱਡ ਹੋ ਜਾਣਗੀਆਂ ਨੀਚੇ। ਸੋ ਉਸ ਤੋਂ ਬਾਅਦ ਜੋ ਇਹ ਸੋਇਲ ਹੈ, ਜਿਸ ਤਰ੍ਹਾਂ ਹੁਣ ਇਹਨੇ ਤਾਂ ਬੰਨ੍ਹ ਕੇ ਰੱਖੀ ਹੈ, ਇਹ ਸੋਇਲ ਲੂਜ਼ ਹੋ ਜਾਏਗੀ ਤੇ ਜੋ ਨੈਚੁਰਲ ਪ੍ਰੋਸੈਸਿਸ ਹੈ ਜਿਵੇਂ ਕਿ ਵਿੰਡ ਹੋ ਗਈ, ਫਲੱਡਸ ਹੋ ਗਏ, ਉਹਨਾਂ ਦੇ ਨਾਲ ਜੋ ਇਹ ਵਧੀਆ ਕੁਆਲਿਟੀ ਦੀ ਅਪਰ ਮੋਸਟ ਲੇਅਰ ਹੈ ਉਹ ਇਰੋਡ ਹੋ ਜਾਏਗੀ ਇੱਥੋਂ, ਜਿਹਨੂੰ ਆਪਾਂ ਕਹਿੰਦੇ ਵੀ ਹਾਂ ਸੋਇਲ ਇਰੋਜ਼ਨ। ਸੋ ਸੋਇਲ ਦੀ ਕੁਆਲਿਟੀ ਨੂੰ ਇਹ ਸਾਰੇ ਕਾਰਨਾਂ ਦੇ ਕਰਕੇ ਘਟਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਉਸ ਨੂੰ ਕਹਿੰਦੇ ਹਨ ਕੰਜ਼ਰਵੇਸ਼ਨ ਆਫ ਸੋਇਲ। ਸੋ ਉਹ ਨੈਕਸਟ ਟੌਪਿਕ ਹੈ, ਉਸ ਦੇ ਵਿੱਚ ਪੜ੍ਹਦੇ ਹਾਂ। ਸੋ ਜਸਟ ਇਸ ਟੌਪਿਕ ਦੇ ਵਿੱਚ ਤੁਹਾਨੂੰ ਸੋਇਲ ਐਂਡ ਲੈਂਡ ਰਿਸੋਰਸ ਦੇ ਬਾਰੇ ਕਲੀਅਰ ਹੋਣਾ ਚਾਹੀਦਾ ਹੈ। ਸੋ ਲੈਟਸ ਰੀਡ ਫਰੋਮ ਯੂਰ ਚੈਪਟਰ। Soil is the small and uppermost layer of the earth which is formed by breaking parent rock due to the effect of climate and decomposition of plants and animals. ਜਿਹੜੀ soil ਹੈ is the small and uppermost, ਬਹੁਤ ਛੋਟਾ ਤੇ uppermost layer of earth, ਜਿਹੜੀ ਕਿ ਫਾਰਮਡ ਕਾਹਦੇ ਨਾਲ ਹੁੰਦੀ ਹੈ, ਬ੍ਰੇਕਿੰਗ ਪੇਰੈਂਟ ਰੌਕ। ਜਿਹੜੀ ਸਭ ਤੋਂ ਨੀਚੇ ਤੁਸੀਂ ਦੇਖੀ ਸੀ ਪੇਰੈਂਟ ਰੌਕ, ਜਿਵੇਂ ਕਿ ਇਹ ਨੀਚੇ ਸੀਗੀ ਪੇਰੈਂਟ ਰੌਕ, ਇਸ ਦੀ ਇਹ ਬ੍ਰੇਕਡਾਊਨ ਹੁੰਦੀ ਹੈ, ਇੱਥੇ ਰੌਕਸ ਛੋਟੀਆਂ ਹੋ ਜਾਂਦੀਆਂ ਹਨ, ਫਿਰ ਹੋਰ ਫਾਈਨ ਹੋ ਜਾਂਦੀਆਂ ਹਨ, ਫਿਰ ਹੋਰ ਫਾਈਨ ਹੋ ਜਾਂਦੀਆਂ ਹਨ, ਫਿਰ ਇਸ ਦੇ ਵਿੱਚ ਹਿਊਮਸ ਵਗੈਰਾ ਰਲ ਕੇ ਤੇ ਜੋ ਮਿਨਰਲਸ ਵਗੈਰਾ ਇਸ ਬੈਡ ਰੌਕ ਦੇ ਵਿੱਚ ਸੀਗੇ ਉਹ ਪਲਾਂਟਸ ਇੱਥੋਂ ਈਜ਼ੀਲੀ ਲੈ ਸਕਦੇ ਕਿਉਂਕਿ ਇਹਦੀ ਵੈਦਰਿੰਗ ਹੋ ਚੁੱਕੀ ਹੁੰਦੀ ਹੈ। ਸੋ ਸੋਇਲ ਇਜ਼ ਵੈਰੀ ਇੰਪੋਰਟੈਂਟ ਰਿਸੋਰਸ ਫॉर ਮੈਨ। ਜਿਹੜੀ ਸੋਇਲ ਹੈ ਇਹ ਬਹੁਤ ਹੀ ਇੰਪੋਰਟੈਂਟ ਰਿਸੋਰਸ ਹੈ ਮੈਨ ਦੇ ਲਈ, ਕਿਉਂਕਿ ਤੁਸੀਂ ਦੇਖਦੇ ਹਾਂ ਅਸੀਂ ਜੋ ਮੈਜੋਰਿਟੀ ਦੇ ਵਿੱਚ ਖਾਣਾ ਖਾਂਦੇ ਹਾਂ ਉਹ ਸਾਰਾ ਪਲਾਂਟਸ ਤੋਂ ਡਰਾਈਵ ਹੁੰਦਾ ਹੈ, ਤੇ ਪਲਾਂਟਸ ਜੋ ਹੈ ਉਹ ਸੋਇਲ ਤੋਂ ਬਿਨਾਂ ਕਿਸੇ ਵੀ ਹੋਰ ਚੀਜ਼ ਦੇ ਵਿੱਚ ਗਰੋ ਨਹੀਂ ਹੋ ਸਕਦੇ। ਇਟ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਦਾ ਗਰੋਥ ਆਫ ਪਲਾਂਟਸ ਐਂਡ ਕ੍ਰੌਪਸ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਕਿ ਜੋ ਸੋਇਲ ਹੈ ਉਹ ਬਹੁਤ ਅਹਿਮ ਰੋਲ ਪਲੇ ਕਰਦੀ ਹੈ ਪਲਾਂਟਸ ਨੂੰ ਗਰੋ ਕਰਨ ਦੇ ਲਈ ਤੇ ਟਰੀਜ਼ ਨੂੰ ਗਰੋ ਕਰਨ ਦੇ ਲਈ। These plants and crops are very significant for human beings. ਇਹਨਾਂ ਦਾ ਹਿਊਮਨ ਬੀਇੰਗਸ ਦੇ ਲਈ ਇਹ ਬਹੁਤ ਜ਼ਿਆਦਾ ਸਿਗਨੀਫਿਕੈਂਟ ਹਨ ਜਿਹੜੀਆਂ ਪਲਾਂਟਸ ਤੇ ਕ੍ਰੌਪਸ। ਵਿਦਾਊਟ ਪਲਾਂਟ ਲਾਈਫ the life of human being is almost impossible. ਪਲਾਂਟ ਲਾਈਫ ਤੋਂ ਬਿਨਾਂ ਹਿਊਮਨ ਦੀ ਲਾਈਫ almost impossible. The soil are of different types like sandy soil, clayey soil, loamy soil, alluvial soil, mountainous soil, red soil, black soil, etc. So these were the different kinds of soils. We will study these kinds of soils and ਇਹ ਕਿੱਥੇ ਕਿੱਥੇ ਮਿਲਦੀਆਂ ਹਨ in some other videos. So man gives preference to fertile soil for growing crops. ਜੋ man ਹੈ ਉਹ preference ਦਿੰਦਾ ਹੈ fertile soil ਨੂੰ ਕੀ ਕਰਨ ਦੇ ਲਈ, ਇਹ ਜਿਹੜੀਆਂ crops ਆ ਇਹਨਾਂ ਨੂੰ grow ਕਰਨ ਦੇ ਲਈ। The area with fertile soil are densely populated and are full of economic activities. ਜਿਹੜੇ ਵੀ ਏਰੀਆ ਫਰਟਾਈਲ ਸੋਇਲ ਵਾਲੇ ਹੁੰਦੇ ਹਨ ਉਹ ਡੈਂਸਲੀ ਪੋਪੂਲੇਟਡ ਏਰੀਆਜ਼ ਹੁੰਦੇ ਹਨ ਐਂਡ ਫੁੱਲ ਆਫ ਇਕੋਨੋਮਿਕ ਐਕਟੀਵਿਟੀਜ਼, ਤੇ ਇਕੋਨੋਮਿਕ ਐਕਟੀਵਿਟੀਜ਼ ਦੀ ਉੱਥੇ ਭਰਮਾਰ ਹੁੰਦੀ ਹੈ। ਜਿਵੇਂ ਕਿ ਤੁਸੀਂ ਹੁਣ ਕਲਾਸ 8 ਤੋਂ ਤੁਸੀਂ 7th ਕਲਾਸ ਦੇ ਵਿੱਚ ਇੰਦਸ ਵੈਲੀ ਸਿਵਲਾਈਜੇਸ਼ਨ ਬਾਰੇ ਪੜ੍ਹਿਆ ਹੋਣਾ ਹਿਸਟਰੀ ਦੇ ਵਿੱਚ। ਸੋ ਇੰਦਸ ਵੈਲੀ ਜੋ ਸਿਵਲਾਈਜੇਸ਼ਨ ਹੈ ਉਹ ਸਿਵਲਾਈਜੇਸ਼ਨ ਸਾਰੇ ਦੇ ਸਾਰੇ ਇਨਸਾਨਾਂ ਨੇ ਜਦੋਂ ਉੱਥੇ ਵਸਣਾ ਸ਼ੁਰੂ ਕੀਤਾ ਸੀਗਾ ਤਾਂ ਉਹ ਜੋ ਵੀ ਰਿਵਰ ਸੀਗੀ ਜਾਂ ਉਹਦੀਆਂ ਟ੍ਰਿਬਿਊਟਰੀਜ਼ ਸੀਗੀਆਂ ਜਾਂ ਡਿਸਟ੍ਰੀਬਿਊਟਰੀਜ਼ ਸੀਗੀਆਂ ਉਹਨਾਂ ਦੇ ਕੰਢਿਆਂ ਦੇ ਉੱਪਰ ਵਸਣਾ ਸ਼ੁਰੂ ਕੀਤਾ ਸੀਗਾ, ਕਿਉਂਕਿ ਜੋ ਫਲੋਇੰਗ ਵਾਟਰ ਸੀਗਾ ਉਹ ਹਮੇਸ਼ਾ ਉੱਥੇ ਕਾਫੀ ਮਿਨਰਲਸ ਲੈ ਕੇ ਆਉਂਦਾ ਸੀਗਾ ਤੇ ਜੋ ਉੱਥੋਂ ਦੀ ਸੋਇਲ ਸੀਗੀ ਉਹ ਮਿਨਰਲਸ ਦੇ ਨਾਲ ਰਿਚ ਸੀਗੀ, ਤਾਂ ਇਸ ਕਰਕੇ ਉਹਨਾਂ ਸਾਰਿਆਂ ਨੇ ਉਸ ਫਰਟਾਈਲ ਸੋਇਲ ਦੇ ਉੱਪਰ ਵਸਣਾ ਸ਼ੁਰੂ ਕੀਤਾ ਸੀਗਾ। ਉੱਥੇ ਕ੍ਰੌਪਸ, ਗ੍ਰੀਨਰੀਜ਼, ਕਾਫੀ ਕੁਛ ਡਿਸਕਵਰੀਜ਼ ਹੋਈਆਂ, ਤੁਸੀਂ ਇੰਦਸ ਵੈਲੀ ਸਿਵਲਾਈਜੇਸ਼ਨ ਚੈਪਟਰ ਦੇ ਵਿੱਚ ਪੜ੍ਹਿਆ ਵੀ ਜ਼ਰੂਰ ਹੋਣਾ। ਸੋ ਲੈਂਡ ਮੀਨਸ ਦਾ ਅਰਥ ਸਰਫੇਸ ਵੇਅਰ ਇਕੋਨੋਮਿਕ ਔਰ ਅਦਰ ਐਕਟੀਵਿਟੀਜ਼ ਆਰ ਕੈਰੀਡ। ਲੈਂਡ ਮੀਨਸ ਦਾ ਅਰਥ ਸਰਫੇਸ, ਲੈਂਡ ਉਹ ਅਰਥ ਦਾ ਸਰਫੇਸ ਹੁੰਦਾ ਹੈ ਜਿਹਦੇ ਉੱਪਰ ਇਕੋਨੋਮਿਕ ਐਂਡ ਅਦਰ ਐਕਟੀਵਿਟੀਜ਼ ਆਰ ਕੈਰੀਡ ਆਊਟ।
Man had been using the land sources for a very long time. ਜੋ man ਹੈ ਉਹ land source ਨੂੰ ਬਹੁਤ time ਤੋਂ use ਕਰਦਾ ਆ ਰਿਹਾ ਹੈ. The land source is being used for the purpose of agriculture, industry, to develop means of transportation, sports, tourism, etc. ਹੁਣ ਜੋ ਲੈਂਡ ਦਾ ਕੰਸੈਪਟ ਹੈ ਉਹ ਤਾਂ ਸੀਗੀ ਸੋਇਲ, ਉਸ ਦੇ ਵਿੱਚ ਤਾਂ ਆਪਾਂ ਸਿਰਫ ਪਲਾਂਟਸ ਨੂੰ ਗਰੋ ਕਰਨਾ ਕਿਉਂਕਿ ਉਹ ਫਰਟਾਈਲ ਹੁੰਦੀ ਹੈ. ਹੁਣ ਜੋ ਲੈਂਡ ਹੈ, ਲੈਂਡ ਨੂੰ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ? ਐਗਰੀਕਲਚਰ ਪਰਪਸ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਜੋ ਕਿ ਸੋਇਲ ਦੇ ਵਿੱਚ ਤੁਹਾਨੂੰ ਦੱਸਿਆ. ਹੁਣ ਉਹਦੇ ਉੱਪਰ ਆਪਾਂ ਇੰਡਸਟਰੀ ਵੀ ਲਗਾ ਸਕਦੇ ਹਾਂ. ਜੋ ਮੀਨਸ ਆਫ ਟਰਾਂਸਪੋਰਟ ਹੈ ਉਸ ਨੂੰ ਡਿਵੈਲਪ ਕਰਨ ਦੇ ਲਈ, ਕਿਉਂਕਿ ਜੇ ਰੋਡਸ ਹੋਣਗੇ ਤਾਂ ਹੀ ਤਾਂ ਮੀਨਸ ਆਫ ਟਰਾਂਸਪੋਰਟ ਦੀ ਡਿਵੈਲਪਮੈਂਟ ਹੋਏਗੀ. ਤੇ ਰੋਡਸ ਦੇ ਲਈ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ? ਲੈਂਡ ਦੀ. ਸੋ ਲੈਂਡ ਬਹੁਤ ਹੀ ਅਹਿਮ ਰੋਲ ਪਲੇ ਕਰਦੀ ਹੈ ਇਨਸਾਨ ਦੇ ਲਈ. ਸਪੋਰਟਸ ਐਂਡ ਟੂਰਿਜ਼ਮ. ਫਿਰ ਮੈਨ ਯੂਜ਼ਸ ਦਾ ਲੈਂਡ ਕੀਪਿੰਗ ਇਨ ਵਿਊ its relief, slope, type of soil, drainage and his requirements. ਜੋ ਇਨਸਾਨ ਹੈ ਉਹ ਲੈਂਡ ਨੂੰ ਇਹਨਾਂ ਫੈਕਟਰਸ ਦੇ ਹਿਸਾਬ ਨਾਲ ਯੂਜ਼ ਕਰਦਾ ਹੈ, ਜਿਵੇਂ ਕਿ ਉਹਦੀ ਰਿਲੀਫ, ਸਲੋਪ, ਟਾਈਪ ਆਫ ਸੋਇਲ, ਕਿਸ ਤਰ੍ਹਾਂ ਦੀ ਸੋਇਲ ਹੈ ਉੱਥੇ, ਡਰੇਨੇਜ ਐਂਡ ਹਿਜ਼ ਰਿਕੁਆਇਰਮੈਂਟਸ. ਸੋ ਹੁਣ ਆਪਾਂ ਰਿਲੀਫ, ਸਲੋਪ ਦੇ ਬਾਰੇ ਪੜ੍ਹਾਂਗੇ. ਟਾਈਪ ਆਫ ਸੋਇਲਸ ਤਾਂ ਅਸੀਂ ਪਹਿਲਾਂ ਹੀ ਪੜ੍ਹਨੀਆਂ ਤੇ ਡਰੇਨੇਜ ਦਾ ਮਤਲਬ ਸਮਝਾਂਗੇ. ਸੋ we are now going to watch a video to understand what a relief of an area means and how does it plays an important role in the climatic conditions of that area. So now let's watch a video. Relief plays an important role in the climatic conditions of the continent. The Western Ghats rise abruptly like a wall from the western coastal plains, more or less parallel to the coastline. This wall-like mountain range forces the moisture-laden southwest monsoons from the Arabian Sea to ascend the slope, thereby giving heavy rainfall in the western coastal plain, and still heavier rainfall on the western slopes of the Western Ghats, that is, the windward side of the mountain range. But these winds have to descend the slope after crossing the crest of the Ghats. In this process, their temperature rises and their humidity decreases. Therefore, they cause little rainfall, and the area east of the Ghats is called the leeward side or the rain shadow region. This is the reason that Mumbai on the west coast records about 190 centimeters of rainfall, and Pune about 160 kilometers away from Mumbai on the leeward side receives only 50 centimeters rainfall during the monsoon season. This phenomenon is observed almost all along the Western Ghats. So ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ, ਵੀਡੀਓ ਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਜੋ ਲਈ ਆ ਉਹ ਲਈ ਆ ਵੈਸਟਰਨ ਘਾਟਸ ਦੀ. ਸੋ ਵੈਸਟਰਨ ਘਾਟਸ ਦੀ ਹੈਲਪ ਦੇ ਨਾਲ ਆਪਾਂ ਰਿਲੀਫ ਨੂੰ ਡਿਸਕਸ ਕਰਾਂਗੇ. ਰਿਲੀਫ ਬੇਸਿਕਲੀ ਮੀਨਸ ਦਾ ਟੈਰਨ ਆਫ ਅਰਥ. ਇਟ ਸ਼ੋਜ਼ ਦਾ ਡਿਫਰੈਂਸ ਇਨ ਦਾ ਐਲੀਵੇਸ਼ਨ ਆਫ ਵੇਰੀਅਸ ਫਿਜ਼ੀਕਲ ਜੀਓਗ੍ਰਾਫਿਕਲ ਫੀਚਰ ਇਨ ਅ ਗਿਵਨ ਏਰੀਆ. ਸੋ ਰਿਲੀਫ ਇੱਕ ਇਹੋ ਜਿਹੀ ਜਗ੍ਹਾ ਅਰਥ ਦੀ ਹੁੰਦੀ ਹੈ ਜਿਹਦੇ ਵਿੱਚ ਕਿ ਇੱਕ ਡਿਫਰੈਂਸ ਆ ਜਾਂਦਾ ਐਲੀਵੇਸ਼ਨ ਦਾ. ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਸਪੋਜ਼ ਕਰੋ ਕਿ ਕੋਸਟਲ ਏਰੀਆ ਸੀਗਾ, ਜਸਟ ਇਹ ਏਰੀਆ ਆ ਰਿਹਾ ਇੱਕਦਮ ਹੀ ਹਾਈਟ ਇਨਕਰੀਜ਼ ਹੋ ਗਈ. ਸੋ ਇਹਦਾ ਰਿਲੀਫ ਜੋ ਹੈ ਇੰਪ੍ਰੈਸਿਵ ਹੈ. ਉਹਨਾਂ ਵੀਡੀਓ ਦੇ ਵਿੱਚ ਕੀ ਦੱਸਿਆ ਸੀਗਾ ਕਿ ਕਲਾਊਡਸ ਜੋ ਵੈਸਟਰਨ ਸਾਈਡਸ ਤੋਂ ਆਉਂਦੇ ਆ, ਵੈਸਟਰਨ ਘਾਟਸ ਦੇ, ਇੱਥੋਂ ਜਦੋਂ ਇਹ ਸਾਹਮਣੇ ਇਹਦੇ ਵੈਸਟਰਨ ਘਾਟਸ ਦੇ ਪਹਾੜ ਆ ਜਾਂਦੇ ਆ ਤਾਂ ਇਹ ਰੇਜ਼ ਕਰਦੇ ਆ ਉੱਪਰ ਨੂੰ. ਸੋ ਜਦੋਂ ਇਹ ਰੇਜ਼ ਕਰਦੇ ਆ ਉੱਪਰ ਨੂੰ ਤਾਂ ਕੰਡੈਂਸ ਹੋ ਜਾਂਦੇ ਆ, ਠੰਡੇ ਹੁੰਦੇ ਆ. ਸੋ ਕੰਡੈਂਸ ਦੇ ਨਾਲ ਜੋ ਇਹਨਾਂ ਦੇ ਵਿੱਚ ਪਾਣੀ ਹੁੰਦਾ, ਹਿਊਮਿਡਿਟੀ ਹੁੰਦੀ ਹੈ, ਜਿਹੜੇ ਇਹਨਾਂ ਨੇ ਇੱਧਰੋਂ ਓਸ਼ੀਅਨ ਦਾ ਸੀ ਦੇ ਉੱਪਰੋਂ ਲਿਆ ਹੁੰਦਾ ਵਾਟਰ ਇਵੈਪੋਰੇਸ਼ਨ ਤੋਂ ਬਾਅਦ, ਉਹ ਕੰਡੈਂਸ ਹੋ ਕੇ ਡ੍ਰੌਪਲੈਟਸ ਦੇ ਵਿੱਚ ਬਣ ਕੇ ਇਹ ਜੋ
ਵੈਸਟਰਨ ਸਾਈਡ ਆ ਉਸ ਦੇ ਉੱਪਰ ਹੈਵੀ ਰੇਨਸ ਇਹਨਾਂ ਦੇ ਕਾਰਨ ਆਉਂਦੀਆਂ ਵਾ, ਇਸ ਐਲੀਵੇਸ਼ਨ ਦੇ ਕਾਰਨ, ਕਿਉਂਕਿ ਇੱਥੇ ਅੱਗੇ ਇੱਕ ਵੈਸਟਰਨ ਗਾਰਡ ਸੀ। ਸੋ ਇਸ ਤੋਂ ਬਾਅਦ ਜਦ ਇਹਦੇ ਉੱਪਰ ਪਹੁੰਚ ਜਾਂਦੇ ਆ ਕਲਾਊਡਸ, ਸੋ ਦੈਨ ਜੋ ਉਹਦਾ ਈਸਟਰਨ ਪਾਰਟਸ ਆ ਉਸ ਤੱਕ ਜਦੋਂ ਪਹੁੰਚਦੇ ਆ ਉਸ ਤੋਂ ਬਾਅਦ ਇਹ ਇੱਕਦਮ ਨੀਚੇ ਨੂੰ ਆਉਂਦਾ, ਤੇ ਜਦੋਂ ਨੀਚੇ ਆਉਂਦੇ ਆ ਕਲਾਊਡਸ ਤਾਂ ਇਹ ਵਾਰਮ ਹੁੰਦੇ ਆ, ਤਾਂ ਇਹਨਾਂ ਦੇ ਵਿੱਚ ਨਾ ਤਾਂ ਇਹਨਾਂ ਮੋਇਸਚਰ ਹੁੰਦਾ ਵਾ ਕਿ ਇੱਧਰ ਰੇਨ ਪ੍ਰੋਡਿਊਸ ਕਰ ਸਕਣ ਈਸਟਰਨ ਸਾਈਡ 'ਤੇ। ਸੋ ਉਹਨਾਂ ਨੇ ਦੋ ਐਗਜ਼ਾਮਪਲਸ ਲਈਆਂ, ਕਿ ਜੋ ਵੈਸਟਰਨ ਸਾਈਡ ਹੈ ਉੱਧਰ ਮੁੰਬਈ ਸੀ, ਔਰ ਜੋ ਈਸਟਰਨ ਸਾਈਡ ਸੀਗੀ ਉੱਧਰ ਪੂਨੇ ਸੀ। ਜੋ ਮੁੰਬਈ ਵਾਲੀ ਸਾਈਡ ਹੈ ਉੱਧਰ ਜੋ ਰੇਨ ਹੈ ਉਹ 150 ਸੈਂਟੀਮੀਟਰ ਰਿਕਾਰਡਡ ਸੀ, ਐਂਡ ਜੋ ਪੂਨੇ ਵਾਲੀ ਸਾਈਡ ਸੀਗੀ ਉੱਧਰ ਸਿਰਫ 50 ਸੈਂਟੀਮੀਟਰ ਜੋ ਰੇਨ ਸੀ ਉਹ ਰਿਕਾਰਡਡ ਸੀ। ਸੋ ਇਹ ਜਸਟ ਇੱਕ ਐਗਜ਼ਾਮਪਲ ਸੀ ਤੁਹਾਨੂੰ ਰਿਲੀਫ ਸਮਝਾਉਣ ਦੇ ਲਈ, ਤੇ ਰਿਲੀਫ ਅਸੀਂ ਜੋ ਪੜ੍ਹ ਰਹੇ ਸੀ ਉਹ ਸੀਗੇ ਰਿਸੋਰਸਿਸ। ਸੋ ਦੇਖੋ ਇੱਕ ਰਿਲੀਫ ਦੇ ਕਾਰਨ ਰਿਸੋਰਸਿਸ ਦੇ ਵਿੱਚ ਕਿੰਨਾ ਚੇਂਜ ਆ ਗਿਆ। ਜੋ ਵੈਸਟ ਸਾਈਡ ਸੀ ਉਧਰ ਕਿੰਨੀ ਜ਼ਿਆਦਾ ਰੇਨ ਸੀ, ਜੋ ਈਸਟ ਸਾਈਡ ਸੀ ਉਧਰ ਰੇਨ ਘਟ ਗਈ, ਐਂਡ ਵੀ ਆਲ ਨੋ that rain is a abiotic resource। ਸੋ ਹੁਣ abiotic resource ਜੋ ਲੈਫਟ ਹੈਂਡ ਸਾਈਡ ਤੇ ਸੀਗਾ ਉਧਰ ਬਹੁਤ ਜ਼ਿਆਦਾ ਸੀਗਾ, ਐਂਡ ਜੋ ਰਾਈਟ ਹੈਂਡ ਸਾਈਡ ਮੀਨਸ ਈਸਟਰਨ ਸਾਈਡ ਤੇ ਸੀਗਾ ਇਹਦੇ ਉਹ ਘੱਟ ਸੀ। ਸੋ ਇਸ ਤਰੀਕੇ ਦੇ ਨਾਲ ਜਿੰਨੇ ਜੀਓਗ੍ਰਾਫੀਕਲ ਫੀਚਰਸ ਆ ਉਹਦੇ ਅਕੋਰਡਿੰਗ ਜੋ ਮੈਨ ਹੈ ਉਹ ਆਪਣੇ ਆਪ ਨੂੰ ਸੈਟਲ ਕਰਦਾ ਜਿੱਥੇ ਜਿੱਥੇ ਉਹਨੂੰ ਜਿਹੜੇ ਅਕੋਰਡਿੰਗ ਉਹਦੀ ਰਿਕੁਆਇਰਮੈਂਟ ਹੁੰਦੀ ਆ। ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਰਿਲੀਫ ਜੋ ਹੈ ਉਹ ਲੈਂਡ ਰਿਸੋਰਸ ਦੇ ਉੱਪਰ ਕਿੰਨਾ ਜ਼ਿਆਦਾ ਇਫੈਕਟ ਕਰਦਾ। ਇਸੇ ਤਰੀਕੇ ਨਾਲ ਸਲੋਪ ਕੀ ਹੁੰਦਾ ਹੈ ਕਿ ਪਹਾੜ ਜੋ ਉਹਦੀ ਟੈਂਜੈਂਟ ਕਿਸ ਤਰੀਕੇ ਨਾਲ ਬਣਦੀ ਹੈ, ਉਹ ਇੱਕਦਮ ਸਟਰਨ ਆ ਕਿ ਉਹ ਹੌਲੀ ਹੌਲੀ ਉੱਪਰ ਨੂੰ ਵੱਧਦਾ। ਇਹ ਸਾਰੇ ਜੋ ਵੀ ਲੈਂਡ ਦੇ ਫਿਜ਼ੀਕਲ ਫੀਚਰਸ ਆ, ਟਾਈਪ ਆਫ ਸੋਇਲ ਵੀ, ਇਹ ਸਭ ਜੋ ਆ ਉਹਦੇ ਲੈਂਡ ਦੇ ਵੀ ਉਹ ਲੈਂਡ ਰਿਸੋਰਸ ਕਿਸ ਤਰੀਕੇ ਦਾ ਵਾ, ਉਹ ਸਭ ਇਹਨਾਂ ਫੀਚਰਸ ਦੇ ਉੱਪਰ ਡਿਪੈਂਡ ਕਰਦਾ। ਸੇਮ ਇਜ਼ ਦਾ ਕੇਸ ਵਿਦ ਦਾ ਡਰੇਨੇਜ, ਕਿ ਉੱਥੇ ਕਿੰਨਾ ਕੁ ਪਾਣੀ ਆ, ਕਿੰਨੀਆਂ ਕੁ ਨਦੀਆਂ ਵਾ। ਸੋ ਉੱਥੇ ਜਿੰਨੀਆਂ ਜ਼ਿਆਦਾ ਡਰੇਨੇਜ ਹੋਊਗਾ ਉਨੇ ਇਰੀਗੇਸ਼ਨ ਦੀਆਂ ਫੈਸਿਲਿਟੀਜ਼ ਜ਼ਿਆਦਾ ਹੋਣਗੀਆਂ, ਉਨੀ ਉੱਥੇ ਜੋ ਲੈਂਡ ਆ ਉਹ ਫਰਟਾਈਲ ਹੋਏਗੀ। ਸੋ ਹੁਣ ਆਪਾਂ ਮੂਵ ਕਰਦੇ ਹਾਂ ਨੈਕਸਟ 5th ਕੈਟੇਗਰੀ ਦੇ ਉੱਪਰ, that is marine and mineral resources. So marine resources, water is a basic and very important source for man. Approximately 71% of earth is covered by water. ਜਿਵੇਂ ਕਿ ਸਾਨੂੰ ਪਤਾ ਹੀ ਆ ਜੋ ਵਾਟਰ ਆ ਉਹ ਬਹੁਤ ਹੀ ਇੰਪੋਰਟੈਂਟ ਸੋਰਸ ਆ ਮੈਨ ਦੇ ਲਈ, ਐਂਡ ਅਪਰੋਕਸੀਮੇਟਲੀ 71% ਜੋ ਅਰਥ ਆ ਉਹ ਕਵਰਡ ਕਿੰਨਾ ਕਰਦੀ ਆ ਵਾਟਰ ਨਾਲ। ਬਿਗ ਵਾਟਰ ਬੋਡੀਜ਼ ਫਾਊਂਡ ਔਨ ਅਰਥ ਆਰ ਕਾਲਡ ਸੀਜ਼। ਜਿਹੜੀਆਂ ਵੱਡੀਆਂ ਵੱਡੀਆਂ ਬੋਡੀਜ਼ ਆ ਅਰਥ ਦੇ ਉੱਪਰ ਵਾਟਰ ਬੋਡੀਜ਼ ਆ ਉਹਨਾਂ ਨੂੰ ਸੀਜ਼ ਆ, ਓਸ਼ੀਅਨਸ ਆ। ਸੋ ਥੀਜ਼ ਵਾਟਰ ਬੋਡੀਜ਼ ਪ੍ਰੋਵਾਈਡ ਮੈਨੀ ਬਾਇਓਟਿਕ, ਮਿਨਰਲ ਐਂਡ ਐਨਰਜੀ ਰਿਸੋਰਸਿਸ। ਸੋ ਜੋ ਇਹ ਵਾਟਰ ਬੋਡੀਜ਼ ਆ ਇਹਨਾਂ ਦੇ ਵਿੱਚ ਬਹੁਤ ਬਾਇਓਟਿਕ ਤੇ ਮਿਨਰਲ ਐਂਡ ਐਨਰਜੀ ਰਿਸੋਰਸਿਸ ਮਿਲਦੇ ਆ। ਇਟ ਇਜ਼ ਬਿਲੀਵਡ ਦੈਟ ਦ ਲਾਈਫ ਔਨ ਅਰਥ ਸਟਾਰਟਿਡ ਫਰੋਮ ਦ ਸੀ ਐਂਡ ਓਸ਼ੀਅਨਸ। ਇਹ ਮੰਨਿਆ ਜਾਂਦਾ ਹੈ ਕਿ ਜੋ ਧਰਤੀ ਦੇ ਉੱਪਰ ਲਾਈਫ ਹੈ ਉਹ ਸਟਾਰਟ ਕਿੱਥੋਂ ਹੋਈ ਸੀ, ਸੀਜ਼ ਤੋਂ ਐਂਡ ਓਸ਼ੀਅਨਸ ਤੋਂ। ਸੋ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਜੋ ਜੇ ਕੁਐਸਚਨ ਤੁਹਾਡੇ ਮਾਈਂਡ ਦੇ ਵਿੱਚ ਆਇਆ ਕਿ ਜਿਹੜੀ ਲਾਈਫ ਅਰਥ ਦੇ ਉੱਪਰ ਉਹ ਸਟਾਰਟ ਕਿੱਥੋਂ ਹੋਈ ਸੀ, ਸੀ ਐਂਡ ਓਸ਼ੀਅਨਸ ਤੋਂ। ਇਸ ਦਾ ਮਤਲਬ ਕੀ ਹੈ ਕਿ ਜੋ ਵੀ ਪਹਿਲੇ ਲਿਵਿੰਗ ਆਰਗੇਨਿਜ਼ਮ ਸੀਗੇ ਉਹ ਵਾਟਰ ਬੋਡੀਜ਼ ਦੇ ਵਿੱਚ ਜਾਂ ਸੀਜ਼ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਓਸ਼ੀਅਨਸ ਇਹਨਾਂ ਦੇ ਵਿੱਚ ਪੈਦਾ ਹੋਏ ਸੀਗੇ। ਇਸ ਤੋਂ ਬਾਅਦ ਜਿਵੇਂ ਜਿਵੇਂ ਐਵੋਲਿਊਸ਼ਨ ਹੋਈ ਤਾਂ ਉਹ ਜਿਹੜੇ ਵਾਟਰ ਆਰਗੇਨਿਜ਼ਮ ਸੀਗੇ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਸੀ ਉਸ ਟਾਈਮ 'ਤੇ ਉਹ ਇਵੋਲਵ ਹੁੰਦੇ ਗਏ ਤੇ ਅਰਥ ਵੱਲ ਨੂੰ ਮੂਵ ਕਰਦੇ ਗਏ। ਸੋ ਅਪਰੋਕਸੀਮੇਟਲੀ 75% ਆਫ ਟੋਟਲ ਲੈਂਡ ਕ੍ਰੀਏਚਰਸ ਓਰੀਜੀਨੇਟਡ ਫਰੋਮ ਦਾ ਵਾਟਰ ਬੋਡੀਜ਼। ਸੋ ਕਹਿੰਦੇ ਅਪਰੋਕਸੀਮੇਟਲੀ ਅੰਦਾਜ਼ਨ 75% ਆਫ ਦਾ ਟੋਟਲ ਲੈਂਡ ਕ੍ਰੀਏਚਰਸ, ਜਿੰਨੇ ਵੀ ਲੈਂਡ ਦੇ ਉੱਪਰ ਕ੍ਰੀਏਚਰਸ ਰਹਿੰਦੇ ਆ ਇਸ ਟਾਈਮ 'ਤੇ ਉਹ ਪਾਣੀ ਦੇ ਵਿੱਚੋਂ, ਉਹਨਾਂ ਦਾ 75% ਪਾਣੀ ਦੇ ਵਿੱਚੋਂ ਓਰੀਜੀਨੇਟ ਹੋਇਆ ਸੀਗਾ, ਵਾਟਰ ਬੋਡੀਜ਼ ਦੇ ਵਿੱਚੋਂ। We get fish, pearls, shells, diamond, etc. from the sea in large quantities. ਅਸੀਂ ਮਛਲੀਆਂ, pearls, shells, diamonds, etc. ਬਹੁਤ ਵੱਡੀ ਮਾਤਰਾ ਦੇ ਵਿੱਚ ਸਮੁੰਦਰ ਦੇ ਵਿੱਚੋਂ ਪ੍ਰਾਪਤ ਕਰਦੇ ਹਾਂ।
At some places we get petroleum substances from the sea coast. कुछ जगह ਦੇ ਉੱਪਰ ਅਸੀਂ ਪੈਟਰੋਲੀਅਮ ਸਬਸਟੈਂਸਿਸ ਵੀ ਸੀ ਕੋਸਟ ਦੇ ਉੱਪਰੋਂ ਪ੍ਰਾਪਤ ਕਰਦੇ ਹਾਂ. The fish provides food to the large part of the world's population. Fish ਜਿਹੜੀ ਆ ਉਹ as a food ਵਰਤੀ ਜਾਂਦੀ ਆ ਇੱਕ big part of the world's population. So next is the mineral resource. Mineral resources are substances which are taken from earth. Mineral resources ਉਹ substances ਆ ਜਿਹੜੀਆਂ earth ਦੇ ਵਿੱਚੋਂ ਮਿਲਦੀਆਂ ਹਨ. Basically these are of two types. These are of two types, metallic and non-metallic. ਸੋ ਜਿਹੜੇ ਮਿਨਰਲਸ ਆ ਉਹ ਅਰਥ ਦੇ ਵਿੱਚੋਂ ਮਿਲਦੇ ਆ ਤੇ ਇਹ ਬੇਸਿਕਲੀ ਦੋ ਤਰੀਕੇ ਦੇ ਹੁੰਦੇ ਹਨ. ਇੱਕ ਹੁੰਦਾ ਹੈ ਮੈਟੈਲਿਕ, ਇੱਕ ਹੁੰਦਾ ਹੈ ਨਾਨ ਮੈਟੈਲਿਕ. ਇਟ ਡਿਪੈਂਡਸ ਔਨ ਦ ਬੌਂਡਿੰਗਸ ਬਿਟਵੀਨ देयर ਮੋਲੀਕਿਊਲਸ. ਸੋ ਮੈਟੈਲਿਕ ਮਿਨਰਲਸ ਇਨਕਲੂਡ ਆਇਰਨ, ਕਾਪਰ, ਸਿਲਵਰ, ਗੋਲਡ ਐਂਡ ਐਲੂਮੀਨੀਅਮ. ਜਿਹੜੇ ਮੈਟੈਲਿਕ ਕੈਟੇਗਰੀ ਆ ਉਹਦੇ ਵਿੱਚ ਕੀ ਆਉਂਦਾ? ਆਇਰਨ, ਕਾਪਰ, ਸਿਲਵਰ, ਗੋਲਡ ਐਂਡ ਐਲੂਮੀਨੀਅਮ. ਜਿਵੇਂ ਕਿ ਤੁਸੀਂ ਦੇਖਿਆ ਹੀ ਹੋਣਾ, ਕਿਤੇ ਨਾ ਕਿਤੇ ਤੁਸੀਂ ਜ਼ਰੂਰ ਪੜ੍ਹਿਆ ਹੋਏਗਾ ਕਿ ਜਿੰਨੇ ਵੀ ਅੱਜ ਦੇ ਮੈਟਲਸ ਆ, ਜਿਵੇਂ ਕਿ ਆਪਾਂ ਆਇਰਨ ਕਿੰਨੀਆਂ ਇਹਦੀਆਂ ਐਪਲੀਕੇਸ਼ਨਸ ਆ, ਆਪਣੇ ਘਰ ਦੇ ਵਿੱਚ ਹੀ ਬਹੁਤ ਜਗ੍ਹਾ ਤੇ ਆਇਰਨ ਯੂਜ਼ ਹੋਇਆ ਹੁੰਦਾ ਵਾ. ਇਹ ਕਿੱਥੋਂ ਮਿਲਦਾ? ਸਾਨੂੰ ਓਰਸ ਹੁੰਦੀਆਂ ਹਨ ਇਹਨਾਂ ਦੀਆਂ, ਜੋ ਕਿ ਧਰਤੀ ਦੇ ਵਿੱਚੋਂ ਨਿਕਲਦੀਆਂ ਪੱਥਰਾਂ ਦੇ ਰੂਪ ਦੇ ਵਿੱਚ. ਫਿਰ ਉਹਨਾਂ ਦਾ ਇੱਕ ਪ੍ਰੋਸੈਸਿਸ ਹੁੰਦਾ ਹੈ, ਉਸ ਪ੍ਰੋਸੈਸ ਦੇ ਵਿੱਚੋਂ ਦੀ ਨਿਕਲ ਕੇ ਸਾਨੂੰ ਪਿਓਰ ਮੈਟਲ ਮਿਲਦਾ ਹੈ. ਸੋ ਇਹ ਸਭ ਜਿੰਨੇ ਵੀ ਮੈਟਲਸ ਹਨ, ਆਇਰਨ, ਕਾਪਰ, ਸਿਲਵਰ, ਗੋਲਡ ਐਂਡ ਐਲੂਮੀਨੀਅਮ, ਇਹ ਸਾਰੇ ਓਰਸ ਦੀ ਫਾਰਮ ਦੇ ਵਿੱਚ ਸਾਨੂੰ ਧਰਤੀ ਦੇ ਵਿੱਚੋਂ ਮਿਲਦੇ ਆ. ਪੈਟਰੋਲੀਅਮ, ਕੋਲ, ਮਾਈਕਾ, ਮੈਗਨੀਜ਼ etc. are some of the non-metallic minerals. These minerals are taken out of different types of rocks. Petroleum, coal, mica, manganese etc. ਇਹ ਵੀ ਜਿਹੜੇ ਆ non-metallic minerals ਹੁੰਦੇ ਹਨ. ਇਹ ਵੀ ਕਿੱਥੋਂ ਮਿਲਦੇ ਆ? minerals ores ਤੋਂ ਮਿਲਦੇ ਆ. rocks ਹੁੰਦੀਆਂ ਇਹਨਾਂ ਦੀਆਂ. The minerals which we get from the rocks cannot be used directly. Rather they are being refined before their use. ਜਿੰਨੇ ਵੀ ਮਿਨਰਲਸ ਇਹਨਾਂ ਓਰਸ ਤੋਂ ਜਾਂ ਰੌਕਸ ਤੋਂ ਮਿਲਦੇ ਆ, ਡਾਇਰੈਕਟ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰ ਸਕਦੇ. ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਇੱਕ ਪ੍ਰੋਸੈਸ ਹੁੰਦਾ ਹੈ. The minerals are the basis for our industries, therefore much significance is attached to them. ਜੋ ਮਿਨਰਲਸ ਹਨ ਇਹ ਬੇਸ ਆ ਜਿੰਨੀ ਵੀ ਸਾਡੀ ਇੰਡਸਟਰੀਜ਼ ਆ, ਕੋਲ ਮਾਈਨਸ, ਸਟੀਲ ਇੰਡਸਟਰੀਜ਼, ਸੀਮੈਂਟ ਇੰਡਸਟਰੀਜ਼, ਜਿੰਨੇ ਵੀ ਇੰਡਸਟਰੀਜ਼ ਆ ਇਹਨਾਂ ਦੇ ਬੇਸ ਆ, ਕਿਉਂਕਿ ਰॉ ਮਟੀਰੀਅਲ ਇਹ ਮਿਨਰਲਸ ਹੀ ਹੁੰਦੇ ਹਨ. ਜਿੰਨੀ ਵੀ ਸਾਡੀ ਪ੍ਰੋਡਕਸ਼ਨ ਹੁੰਦੀ ਉਹਦੇ ਵਿੱਚ ਜਿਹੜੇ ਯੂਜ਼ ਹੁੰਦੇ ਆ. ਨੈਕਸਟ ਜੋ ਬਹੁਤ ਹੀ ਇੰਪੋਰਟੈਂਟ ਰਿਸੋਰਸ ਹੈ ਉਹ ਹੈ ਹਿਊਮਨ ਰਿਸੋਰਸ. ਸੋ ਹਿਊਮਨ ਰਿਸੋਰਸ ਤੋਂ ਬਿਨਾਂ ਕੁਛ ਵੀ ਪੋਸੀਬਲ ਨਹੀਂ ਹੈ. Man has been awarded the best status of all the creatures produced by the nature. With his intelligence and ability to work, man himself is the biggest resource. Man's capabilities plays an important role in the use of all other resources. ਹੁਣ ਕਹਿੰਦੇ ਆ ਕਿ ਮੈਨ ਦੀਆਂ ਜੋ ਕੈਪੇਬਿਲਿਟੀਜ਼ ਹਨ ਉਹ ਬਹੁਤ ਵੱਡਾ ਰੋਲ ਪਲੇ ਕਰਦੀਆਂ ਹਨ ਕਾਹਦੇ 'ਚ? ਯੂਜ਼ ਕਰਨ ਦੇ ਲਈ ਆਲ ਅਦਰ ਰਿਸੋਰਸਿਸ. The development of human resources is reflected from the development of any area. ਇਹਦੇ ਵਿੱਚ ਕੀ ਕਹਿੰਦੇ ਹਨ ਕਿ ਕਿਸੇ ਏਰੀਆ ਦੀ ਡਿਵੈਲਪਮੈਂਟ ਕਿੱਥੋਂ ਪਤਾ ਲੱਗਦੀ ਹੈ? ਸਿਰਫ ਕਿ ਉੱਥੇ ਕਿੰਨਾ ਜੋ ਹਿਊਮਨ ਰਿਸੋਰਸ ਆ ਡਿਵੈਲਪਡ ਆ. ਜਾਪਾਨ ਜੋ ਇਜ਼ ਅ ਵੈਰੀ ਗੁੱਡ ਐਗਜ਼ਾਮਪਲ ਵੇਅਰ ਇਨ ਸਪਾਈਟ ਆਫ ਡੈਫੀਸ਼ੀਐਂਸੀ ਔਰ ਨਾਨ ਐਗਜ਼ਿਸਟੈਂਸ ਆਫ ਰਿਸੋਰਸਿਸ ਦ ਕੰਟਰੀ ਹੈਜ਼ progressed to a great extent. ਹੁਣ ਜਾਪਾਨ ਇੱਕ ਅਜਿਹੀ ਕੰਟਰੀਜ਼ ਆ ਉੱਥੇ ਜੋ ਰਿਸੋਰਸਿਸ ਆ ਉਹਦੀ ਡੈਫੀਸ਼ੀਐਂਸੀ ਆ. ਜਿੰਨੇ ਵੀ ਅਸੀਂ ਰਿਸੋਰਸ ਪੜ੍ਹੇ ਉੱਥੇ ਬਿਲਕੁਲ ਕੁਛ ਨਹੀਂ ਮਿਲਦਾ. ਸੋ ਤਾਂ ਵੀ ਜੋ ਜਾਪਾਨ ਹੈ ਉਹ ਬਹੁਤ ਜ਼ਿਆਦਾ ਡਿਵੈਲਪ ਨੇਸ਼ਨ ਆ. ਸੋ ਇਹ ਜਸਟ ਕਿਸ ਕਾਰਨ ਆ? ਦ ਡਿਵੈਲਪਮੈਂਟ ਆਫ ਆਲ ਅਦਰ ਰਿਸੋਰਸਿਸ ਇਜ਼ ਇਨਕੰਪਲੀਟ ਟਿਲ ਹਿਊਮਨ ਰਿਸੋਰਸਿਸ ਫੁੱਲੀ ਡਿਵੈਲਪਡ. ਜਿਹੜਾ ਡਿਵੈਲਪਮੈਂਟ ਆ ਬਾਕੀ ਸਾਰੇ ਰਿਸੋਰਸਿਸ ਦੀ ਉਹ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਤੱਕ ਹਿਊਮਨ ਰਿਸੋਰਸ ਜਿਹੜਾ ਵਾ ਉਹ ਫੁੱਲੀ ਡਿਵੈਲਪ ਨਹੀਂ ਆ. ਮੈਨਸ ਕੁਆਲਿਟੀਜ਼, ਕੈਪੈਸਿਟੀ, ਐਜੂਕੇਸ਼ਨ ਐਂਡ ਟੈਕਨੀਕਲ ਕੁਆਲੀਫਿਕੇਸ਼ਨ ਐਕਸੈਟਰਾ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਦ ਡਿਵੈਲਪਮੈਂਟ ਆਫ ਰਿਸੋਰਸਿਸ. ਸੋ ਹਿਊਮਨ ਰਿਸੋਰਸ ਨੂੰ ਆਪਾਂ ਕਦੋਂ ਡਿਵੈਲਪ ਮੰਨੀਦਾ? ਜਦੋਂ ਮੈਨ ਦੇ ਵਿੱਚ ਕੀ ਆ ਜਾਂਦੀਆਂ? ਕੁਆਲਿਟੀਜ਼, ਉਹਦੇ 'ਚ ਕੈਪੈਸਿਟੀ ਹੁੰਦੀ ਆ ਕੋਈ ਵੀ ਕੰਮ ਕਰਨ ਦੀ,
ਸਿਚੁਏਸ਼ਨਸ ਨੂੰ ਡੀਲ ਕਰਨ ਦੀ, ਉਹਦੇ ਕੋਲ ਐਜੂਕੇਸ਼ਨ ਹੁੰਦੀ ਆ, ਨੌਲੇਜ ਹੁੰਦੀ ਆ, ਐਂਡ ਟੈਕਨੀਕਲ ਕੁਆਲੀਫਿਕੇਸ਼ਨਸ ਉਹਦੇ ਕੋਲ ਹੁੰਦੀਆਂ। ਇਹ ਸਾਰੇ ਜਿੰਨੇ ਵੀ ਫੈਕਟਰਸ ਆ ਇਹ ਬਹੁਤ ਵੱਡਾ ਰੋਲ ਪਲੇ ਕਰਦੇ ਹਨ ਡਿਵੈਲਪ ਕਰਨ ਦੇ ਵਿੱਚ ਹਿਊਮਨ ਰਿਸੋਰਸ। ਆਲ ਦਾ ਕੰਟਰੀਜ਼ ਆਫ ਦਾ ਵਰਲਡ ਆਰ ਇੰਗੇਜਡ ਇਨ ਦਾ ਪ੍ਰੋਪਰ ਡਿਵੈਲਪਮੈਂਟ ਆਫ ਦੇਅਰ ਹਿਊਮਨ ਰਿਸੋਰਸਿਸ ਸੋ ਦੈਟ ਆਰ ਏਬਲ ਟੂ ਡਿਵੈਲਪ ਦਾ ਅਦਰ ਰਿਸੋਰਸਿਸ। ਜਿੰਨੀਆਂ ਵੀ ਕੰਟਰੀਜ਼ ਇਸ ਵਿਸ਼ਵ ਦੀਆਂ ਹਨ ਉਹ ਸਾਰੀਆਂ ਹੀ ਆਪਣੇ ਹਿਊਮਨ ਰਿਸੋਰਸ ਨੂੰ ਡਿਵੈਲਪ ਕਰਨਾ ਚਾਹੁੰਦੀਆਂ ਹਨ ਤਾਂ ਜੋ ਕਿ ਉਹ ਡਿਵੈਲਪਮੈਂਟ ਕਰ ਸਕਣ। ਜਿਵੇਂ ਕਿ ਹਰ ਦੇਸ਼ ਦੇ ਜਦੋਂ ਬਜਟ ਆਉਂਦਾ ਹੈ ਤਾਂ ਉਹਦੇ ਵਿੱਚ ਐਜੂਕੇਸ਼ਨ ਨੂੰ ਬਹੁਤ ਵੱਡਾ ਪਾਰਟ ਫਾਈਨੈਂਸਿਸ ਦਾ ਫਾਈਨੈਂਸ ਕਰਦੇ ਆ। ਸੋ ਉਹ ਕਿਸ ਕਾਰਨ ਕਰਦੇ ਆ? ਸਿਰਫ ਤੇ ਸਿਰਫ ਕਿ ਜੋ ਉਹਦਾ ਹਿਊਮਨ ਰਿਸੋਰਸ ਆ ਉਹ ਡਿਵੈਲਪ ਹੋ ਸਕੇ। ਸੋ ਨੈਕਸਟ ਇਜ਼ ਅ ਕੰਜ਼ਰਵੇਸ਼ਨ ਆਫ ਰਿਸੋਰਸਿਸ। ਰਿਸੋਰਸਿਸ ਆਰ ਦਾ ਗਿਫਟ ਆਫ ਨੇਚਰ ਟੂ ਮੈਨ। ਰਿਸੋਰਸਿਸ ਜਿਹੜੇ ਆ ਉਹ ਨੇਚਰ ਦਾ ਗਿਫਟ ਆ ਮੈਨ ਨੂੰ। ਮੈਨ ਯੂਜ਼ਸ ਥੀਸ ਰਿਸੋਰਸਿਸ ਫॉर ਹਿਸ ਡਿਵੈਲਪਮੈਂਟ। ਮੈਨ ਜੋ ਹੈ ਉਹ ਇਹਨਾਂ ਰਿਸੋਰਸਿਸ ਨੂੰ ਆਪਣੀ ਡਿਵੈਲਪਮੈਂਟ ਦੇ ਲਈ ਯੂਜ਼ ਕਰਦਾ। In the race of development and to compete with other countries of the world, he is exhausting the resources continuously and unwisely. ਜਲਦੀ ਤੋਂ ਜਲਦੀ ਡਿਵੈਲਪ ਹੋਣ ਦੇ ਲਈ ਤੇ ਦੂਜਿਆਂ ਦੇ ਨਾਲ ਕੰਪੀਟ ਕਰਨ ਦੇ ਲਈ ਜੋ ਇਨਸਾਨ ਹੈ ਉਹ ਇਹਨਾਂ ਰਿਸੋਰਸਿਸ ਨੂੰ ਕੰਟੀਨਿਊਸਲੀ ਲਗਾਤਾਰ ਤੇ ਅਨਵਾਈਜ਼ ਤਰੀਕੇ ਦੇ ਨਾਲ ਯੂਜ਼ ਕਰ ਰਿਹਾ। ਹੀ ਇਜ਼ unaware and reluctant of the fact that there are some resources the reserves of which are limited। ਉਹਨੂੰ ਪਤਾ ਵੀ ਆ, ਪਤਾ ਹੁੰਦਿਆਂ ਵੀ ਇਸ ਗੱਲ ਨੂੰ ਇਗਨੋਰ ਕਰਦਾ ਕਿ ਜੋ ਰਿਜ਼ਰਵਸ ਆ ਕੁਝ ਰਿਸੋਰਸਿਸ ਦੇ ਉਹ ਲਿਮਿਟਿਡ ਆ। ਇਫ ਐਗਜ਼ੌਸਟਿਡ ਵਨ, ਤੇ ਜੇ ਉਹ ਇੱਕ ਵਾਰੀ ਖਤਮ ਹੋ ਗਏ, ਵਿਲ ਨਾਟ ਬੀ ਪ੍ਰੋਡਿਊਸਡ ਅਗੇਨ, ਤੇ ਦੁਬਾਰਾ ਬਣਾਏ ਨਹੀਂ ਜਾ ਸਕਣਗੇ। The resources like coal and petroleum which are non-renewable in nature, if finished once, will not be produced again। ਜਿਵੇਂ ਕਿ ਐਗਜ਼ਾਮਪਲ ਹੈ ਪੈਟਰੋਲੀਅਮ ਐਂਡ ਕੋਲ। ਜੇ ਇੱਕ ਵਾਰ ਇਹ ਕੰਪਲੀਟਲੀ ਫਿਨਿਸ਼ ਹੋ ਗਏ ਤਾਂ ਇਹਨਾਂ ਨੂੰ ਦੁਬਾਰਾ ਆਪਾਂ ਬਣਾ ਨਹੀਂ ਸਕਦੇ। Therefore, there is a need to conserve these type of resources। So, ਜ਼ਰੂਰਤ ਹੈ ਕਿ ਇਸ ਤਰੀਕੇ ਦੇ ਰਿਸੋਰਸਿਸ ਨੂੰ ਕੰਜ਼ਰਵ ਕੀਤਾ ਜਾਵੇ। ਕੰਜ਼ਰਵ ਦਾ ਮਤਲਬ ਇਹੀ ਹੁੰਦਾ ਹੈ ਕਿ ਯੂਜ਼ ਵਾਈਜ਼ਲੀ ਕਰੋ ਤਾਂ ਕਿ ਜੋ ਹੁਣ ਜਨਰੇਸ਼ਨ ਹੈ ਉਹਦੀਆਂ ਨੀਡਸ ਵੀ ਪੂਰੀਆਂ ਹੋ ਸਕਣ ਤੇ ਜਿਹੜੀਆਂ ਫਿਊਚਰ ਜਨਰੇਸ਼ਨਸ ਹਨ ਉਹਨਾਂ ਨੂੰ ਵੀ ਉਹ ਵਰਤਣ ਨੂੰ ਮਿਲ ਸਕਣ। ਰਿਸੋਰਸਿਸ ਐਂਡ ਦੇਅਰ ਕੰਜ਼ਰਵੇਸ਼ਨ ਆਰ ਵੈਰੀ ਕਲੋਜ਼ਲੀ ਰਿਲੇਟਿਡ। ਫਰੋਮ ਕੰਜ਼ਰਵੇਸ਼ਨ ਵੀ ਮੀਨ the use of resources without its wastage and destruction। conservation ਤੋਂ ਕੀ ਭਾਵ ਹੈ? we mean ਕਿ use ਕਰਨਾ resources ਦਾ without its wastage and destruction, ਇਹਨਾਂ ਨੂੰ ਤਬਾਹ ਕੀਤੇ ਬਿਨਾ। in other words, these resources should be used for proper development and for long span of time so that coming generations also enjoy the benefit of these resources। ਸੋ ਇਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਯੂਜ਼ ਕੀਤਾ ਜਾਏ ਤਾਂ ਜੋ ਕਿ ਹੁਣ ਵੀ ਕੰਮ ਚੱਲੇ ਤੇ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਹਨ ਉਹ ਵੀ ਇਹਨਾਂ ਦੇ ਬੈਨੀਫਿਟਸ ਉਠਾ ਸਕਣ। ਦ ਆਪਟੀਮਲ ਯੂਜ਼ ਆਫ ਰਿਸੋਰਸਿਸ ਦੇਅਰ ਕੰਜ਼ਰਵੇਸ਼ਨ। ਜਿਹੜਾ ਆਪਟੀਮਲ ਯੂਜ਼ ਆ ਰਿਸੋਰਸਿਸ ਦਾ ਉਹਨੂੰ ਹੀ ਉਹਨਾਂ ਦੀ ਕੰਜ਼ਰਵੇਸ਼ਨ ਕਿਹਾ ਜਾਂਦਾ ਹੈ। ਕੰਜ਼ਰਵੇਸ਼ਨ ਇਜ਼ essential for all resources, but for the exhaustible resources like mineral it becomes very important। ਸਾਰੇ ਕਹਿੰਦੇ resources ਦੇ ਲਈ ਕੰਜ਼ਰਵੇਸ਼ਨ ਜ਼ਰੂਰੀ ਆ, ਪਰ ਜਿਹੜੇ exhaustible resources ਆ, ਜਿਹੜੇ ਖਤਮ ਹੋਣ ਵਾਲੇ resources ਆ, ਉਹਨਾਂ ਦੇ ਲਈ ਤਾਂ ਇਹ ਜਿਹੜੀ ਕੰਜ਼ਰਵੇਸ਼ਨ ਆ ਉਹ ਬਹੁਤ ਜ਼ਰੂਰੀ ਆ। According to a survey, ਇੱਕ ਸਰਵੇ ਦੇ ਅਕੋਰਡਿੰਗ, if fossil fuels like coal, petroleum are exhausted at the current rate, then ਜੇ ਕਹਿੰਦੇ ਜਿਵੇਂ ਹੁਣ ਫੋਸਿਲ ਫਿਊਲ ਜਿਹੜੇ ਕੋਲ ਤੇ ਪੈਟਰੋਲੀਅਮ ਆ ਇਹ ਐਗਜ਼ੌਸਟ ਹੋ ਰਹੇ ਆ ਇਸ ਟਾਈਮ ਦੇ ਉੱਪਰ, ਅਬਾਊਟ 80% ਆਫ ਦਾ ਫੋਸਿਲ ਫਿਊਲਸ ਵਿਲ ਬੀ ਫਿਨਿਸ਼ਡ ਇਨ 1 century। ਤਾਂ ਕਹਿੰਦੇ ਆ ਆਉਣ ਵਾਲੇ 100 ਸਾਲ ਦੇ ਵਿੱਚ 80% ਜਿਹੜਾ ਇਹਨਾਂ ਫੋਸਿਲ ਫਿਊਲਸ ਦਾ ਉਹ ਖਤਮ ਹੋ ਜਾਏਗਾ। ਵੀ ਸ਼ੁੱਡ ਆਲਸੋ ਕੰਜ਼ਰਵ ਅਦਰ ਸੋਰਸਿਸ ਲਾਈਕ ਸੋਇਲ, ਵਾਟਰ, ਫੋਰੈਸਟ ਐਕਸੈਟਰਾ। ਸਾਨੂੰ ਜਿਹੜੇ ਦੂਸਰੇ ਸੋਰਸਿਸ ਆ ਲਾਈਕ ਸੋਇਲ,
ਵਾਟਰ, ਫੋਰੈਸਟ ਐਕਸੈਟਰਾ, ਇਹਨਾਂ ਨੂੰ ਵੀ ਕੰਜ਼ਰਵ ਕਰਨਾ ਚਾਹੀਦਾ ਹੈ। The resources should be used carefully so that resources do not get wasted. Resources ਨੂੰ ਬਹੁਤ ਹੀ ਧਿਆਨਪੂਰਵਕ ਯੂਜ਼ ਕਰਨਾ ਚਾਹੀਦਾ ਹੈ ਤਾਂ ਜੋ ਕਿ ਉਹ ਵੇਸਟ ਨਾ ਹੋਣ। The resources which can be used again should be recycled. ਜਿਹੜੇ resources ਦੁਬਾਰਾ ਵਰਤੇ ਜਾ ਸਕਦੇ ਹਨ ਉਹਨਾਂ ਨੂੰ ਰੀਸਾਈਕਲ ਜ਼ਰੂਰ ਕਰਨਾ ਚਾਹੀਦਾ ਹੈ। Rules should be framed regarding the utilization of these resources. Rules ਬਣਾਉਣੇ ਚਾਹੀਦੇ ਹਨ ਤਾਂ ਕਿ ਇਹਨਾਂ ਦੀ ਯੂਟਿਲਾਈਜੇਸ਼ਨ ਹੋ ਸਕੇ। The level of knowledge, education and technology of the person using the resources should be upgraded. ਜਿਹੜੇ ਵੀ ਪਰਸਨ ਇਹਨਾਂ ਰਿਸੋਰਸਿਸ ਨੂੰ ਯੂਜ਼ ਕਰ ਰਹੇ ਆ ਉਹਨਾਂ ਦੀ ਨੌਲੇਜ, ਐਜੂਕੇਸ਼ਨ ਤੇ ਟੈਕਨੋਲੋਜੀ ਇਹਨਾਂ ਰਿਸੋਰਸਿਸ ਨੂੰ ਯੂਜ਼ ਕਰਨ ਦੇ ਲਈ ਅਪਗ੍ਰੇਡ ਕਰਨੀ ਚਾਹੀਦੀ ਹੈ। The awareness regarding the conservation of resources should be conveyed among the people utilizing it. ਅਵੇਅਰਨੈਸ ਫੈਲਾਉਣੀ ਚਾਹੀਦੀ ਆ ਕਿ ਰਿਸੋਰਸਿਸ ਨੂੰ ਕੰਜ਼ਰਵ ਕੀਤਾ ਜਾਏ ਉਹਨਾਂ ਪੀਪਲਸ ਦੇ ਅਮੰਗ ਜਿਹੜੇ ਇਹਨਾਂ ਨੂੰ ਵਰਤ ਰਹੇ ਆ। ਸੋ ਬੇਸਿਕਲੀ ਇੱਕ ਸਿੰਪਲ ਅਪਰੋਚ ਹੈ ਜੋ ਮੈਂ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਤੁਹਾਨੂੰ ਦੱਸ ਦਿੰਦਾ, ਉਹ ਆਪਾਂ ਨੂੰ ਵਰਤਣੀ ਚਾਹੀਦੀ ਆ। ਉਹਦੇ ਨਾਲ ਜਿੰਨੇ ਵੀ ਰਿਸੋਰਸਿਸ ਆ ਉਹਨਾਂ ਦਾ ਆਪਟੀਮਲ ਯੂਜ਼ ਹੋ ਸਕਦਾ। ਸੋ ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਕੰਜ਼ਰਵ ਕਰਨ ਦੇ ਲਈ ਇੱਕ 3R ਪ੍ਰਿੰਸੀਪਲ ਹੈ ਜਿਸ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾ ਉਹਦਾ ਕੰਪੋਨੈਂਟ ਹੈ ਰਿਡਿਊਸ। ਰਿਡਿਊਸ ਕੀ ਆ? ਰਿਡਿਊਸ ਵੇਸਟ ਐਜ਼ ਮਚ ਐਜ਼ ਪੋਸੀਬਲ। ਵੇਸਟੇਜ ਕਰਨਾ ਉਨਾ ਹੀ ਘੱਟ ਕਰੋ ਜਿੰਨਾ ਤੁਹਾਡੇ ਪੋਸੀਬਲ ਹੈ। ਜਿਹੜਾ ਤੁਸੀਂ ਜਿੰਨਾ ਹੋ ਸਕੇ ਉਨੀਆਂ ਹੀ ਘੱਟ ਚੀਜ਼ਾਂ ਦੀ ਵਰਤੋਂ ਕਰੋ। ਨੈਕਸਟ ਜੋ ਆ ਰਿਹਾ ਉਹ ਹੈ ਰਿਸਾਈਕਲ। ਰਿਸਾਈਕਲ ਰਿਸੋਰਸਿਸ ਟੂ ਗ੍ਰੇਟੈਸਟ ਪੋਸੀਬਲ ਐਕਸਟੈਂਟ। ਜਿਹੜੇ ਰਿਸੋਰਸਿਸ ਆ ਇਹ ਨਹੀਂ, ਫੋਰ ਐਗਜ਼ਾਮਪਲ ਜਿਵੇਂ ਕਿ ਆਇਰਨ ਇੱਕ ਰਿਸੋਰਸ ਆ। ਆਇਰਨ ਜਦੋਂ ਵੀ ਆਪਾਂ ਕੋਈ ਯੂਜ਼ ਕਰ ਲੈਂਦੇ ਹਾਂ ਬਾਅਦ ਵਿੱਚ ਉਹਦੀ ਨਹੀਂ ਜ਼ਰੂਰਤ ਹੁੰਦੀ ਤਾਂ ਉਹਨੂੰ ਰਿਸਾਈਕਲ ਪਲਾਂਟ ਦੇ ਵਿੱਚ ਲੈ ਜਾ ਕੇ ਰਿਸਾਈਕਲ ਕੀਤਾ ਜਾ ਸਕਦਾ ਹੈ। ਉਹਨੂੰ ਗਰਮ ਕਰਕੇ ਪਿਘਲਾ ਕੇ ਅਗੇਨ ਉਹਦੀਆਂ ਕੁਛ ਵੀ ਮੋਲਸ, ਸਾਂਚੇ ਜਾਂ ਕੁਛ ਵੀ ਮੋਲਸ ਦੇ ਵਿੱਚ ਪਾ ਕੇ ਉਹਦੇ ਕੋਈ ਵੀ ਪ੍ਰੋਡਕਟ ਆਪਾਂ ਬਣਾ ਸਕਦੇ ਹਾਂ। ਰੀਯੂਜ਼, ਜਿਹੜੀ ਵੀ ਚੀਜ਼ ਤੁਸੀਂ ਘਰ ਦੇ ਵਿੱਚ ਲੈ ਕੇ ਆਉਂਦੇ ਆ, ਫੋਰ ਐਗਜ਼ਾਮਪਲ ਜੇ ਕਿਸੇ ਵੀ ਪ੍ਰੋਡਕਟ ਦੇ ਨਾਲ ਜਿਹੜੇ ਅਸੀਂ ਮਾਰਕੀਟ 'ਚੋਂ ਬਾਏ ਕਰਦੇ ਹਾਂ ਸਾਨੂੰ ਗਲਾਸ ਜਾਰ ਮਿਲਦਾ ਹੈ ਕੋਈ, ਤਾਂ ਉਹ ਗਲਾਸ ਜਾਰ ਨੂੰ ਕਿਸੇ ਵੀ ਪ੍ਰੋਡਕਟ ਨੂੰ ਸਟੋਰ ਕਰਨ ਦੇ ਲਈ ਅਸੀਂ ਘਰ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਸੋ ਇਹਨਾਂ ਦੇ ਬਹੁਤ ਸਾਰੀਆਂ ਫਰਦਰ ਐਪਲੀਕੇਸ਼ਨਸ ਹੋ ਸਕਦੀਆਂ ਹਨ ਜੇ ਆਪਾਂ ਇਸ ਪ੍ਰਿੰਸੀਪਲ ਨੂੰ ਫੋਲੋ ਕਰੀਏ। ਸੋ ਇਨ ਦਾ ਐਂਡ of the chapter resources and its conservation, I just want to say that even though there are a lot of resources that are gifted by the nature to us, but we should have to use them wisely so that as those are gifts from nature to us, we are not having